Hello, myself Balraj Somal. Today we discuss about socio-religious reform movements. ਮਤਲਬ ਕਿ ਸਮਾਜ ਤੇ ਧਰਮ ਵਿਚਕਾਰ ਜੋ ਕੁਝ ਕੁਰੀਤੀਆਂ ਆ ਗਈਆਂ ਸੀ ਉਹਨਾਂ ਨੂੰ ਠੀਕ ਕਰਨ ਲਈ, ਉਹਨਾਂ ਨੂੰ ਦੂਰ ਕਰਨ ਲਈ ਜੋ ਕੁਝ ਗਿਣੇ ਚੁਣੇ ਵਿਅਕਤੀਆਂ ਵੱਲੋਂ, ਕੁਝ ਗਿਣੇ ਚੁਣੇ ਪਰਸਨਸ ਵੱਲੋਂ ਮੂਵਮੈਂਟਸ ਚਲਾਈਆਂ ਗਈਆਂ, ਲਹਿਰਾਂ ਚਲਾਈਆਂ ਗਈਆਂ, ਉਹਨਾਂ ਨੂੰ ਅੱਜ ਆਪਾਂ ਡਿਸਕਸ ਕਰਾਂਗੇ। ਤੇ ਇਹ ਲੈਕਚਰ ਤੁਹਾਡਾ 2 ਪਾਰਟਸ ਦੇ ਵਿੱਚ ਹੋਊਗਾ ਤੇ ਅੱਜ ਇਸ ਦਾ ਪਾਰਟ ਫਸਟ ਹੈ। ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਕੁਝ ਜਾਣਕਾਰੀ ਜੋ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਵੇ। ਅਗਰ ਤੁਸੀਂ ਸਾਡੇ ਇੰਸਟੀਚਿਊਟ ਦੇ ਚੈਨਲ ਰਿਲੇਟਡ ਕੋਈ ਵੀ ਜਾਣਕਾਰੀ, ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਇਸ ਤੋਂ ਇਲਾਵਾ ਜੋ ਸਪੈਸ਼ਲ ਈਟੀਟੀ ਦੇ ਬੈਚ ਦੇ ਲਈ ਜਿਨ੍ਹਾਂ ਨੇ ਈਟੀ ਦੇ ਪੇਪਰ ਦੀ ਤਿਆਰੀ ਕਰਨੀ ਹੈ, ਉਹ ਸਾਡਾ ਟੈਲੀਗ੍ਰਾਮ ਗਰੁੱਪ ਜੋ ਕਿ ਸਪੈਸ਼ਲ ਫॉर ਈਟੀਟੀ ਹੈ, ਉਹ ਜੁਆਇਨ ਕਰ ਸਕਦਾ ਹੈ। ਇਸ ਵਿੱਚ ਤੁਹਾਨੂੰ ਹਰ ਇੱਕ ਲੈਕਚਰ ਦੀ PDF ਪੰਜਾਬੀ ਤੇ ਇੰਗਲਿਸ਼ ਦੋਨਾਂ ਵਿੱਚ ਪ੍ਰੋਵਾਈਡ ਕਰਵਾਈ ਜਾਵੇਗੀ। ਉਸ ਦੇ ਰਿਲੇਟਡ MCQs ਤੇ ਵਰਕਸ਼ੀਟ ਤੁਹਾਨੂੰ ਮਿਲੇਗੀ। ਠੀਕ ਹੈ ਜੀ, ਤਾਂ ਤੁਸੀਂ ਜਲਦੀ ਤੋਂ ਜਲਦੀ ਸਾਡਾ ਇਹ ਈਟੀਟੀ ਦਾ ਜੋ ਟੈਲੀਗ੍ਰਾਮ ਗਰੁੱਪ ਹੈ ਇਸ ਨੂੰ ਜੁਆਇਨ ਕਰ ਸਕਦੇ ਹੋ। ਤਾਂ ਸਟਾਰਟ ਕਰਦੇ ਹਾਂ ਅੱਜ ਦਾ ਲੈਕਚਰ। ਦੇਖੋ, ਸਭ ਤੋਂ ਪਹਿਲਾਂ ਜੋ ਆਪਾਂ ਲੈਕਚਰ ਪੜ੍ਹਨ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਸੋਸ਼ਲ ਰਿਫਾਰਮ ਜੋ ਮੂਵਮੈਂਟਸ ਨੇ ਉਹ ਹੈ ਕੀ ਨੇ। ਠੀਕ ਹੈ ਜੀ, ਸੋਸ਼ਲ ਰਿਲੀਜੀਅਸ ਰਿਫਾਰਮ ਮੂਵਮੈਂਟਸ ਉਹ ਕੀ ਨੇ। ਦੇਖੋ, ਇਹ ਇੱਕ ਤਰ੍ਹਾਂ ਦੀਆਂ ਐਸੀਆਂ ਲਹਿਰਾਂ ਸੀ, ਇਸ ਤਰ੍ਹਾਂ ਦੀਆਂ ਮੂਵਮੈਂਟਸ ਸੀ ਜੋ ਕਿ ਸਮਾਜ ਨੂੰ ਸੁਧਾਰਨ ਦੇ ਲਈ ਚਲਾਈਆਂ ਗਈਆਂ ਸੀ। ਕਿਉਂਕਿ ਆਪਾਂ ਜਾਣਦੇ ਹਾਂ ਕਿ ਜੋ ਮੁਗਲਾਂ ਦੇ ਟਾਈਮ, ਮੁਗਲਾਂ ਤੋਂ ਪਹਿਲਾਂ ਦਾ ਸਮਾਜ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਕੁਰੀਤੀਆਂ ਸੀ, ਜਿਵੇਂ ਕਿ ਸਤੀ ਪ੍ਰਥਾ ਹੋ ਗਈ। ਠੀਕ ਹੈ, ਸਤੀ ਪ੍ਰਥਾ ਹੋ ਗਈ, ਚਾਈਲਡ ਮੈਰਿਜ ਹੋ ਗਈ, ਜੋ ਕਿ ਅੱਗੇ ਤੱਕ, ਠੀਕ ਹੈ, ਮੁਗਲਾਂ ਤੋਂ ਪਹਿਲਾਂ ਵੀ ਸੀ, ਮੁਗਲਾਂ ਤੋਂ ਬਾਅਦ ਵੀ ਜਦੋਂ ਬ੍ਰਿਟਿਸ਼ ਆ ਗਏ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ, ਉਸ ਟਾਈਮ ਵੀ ਇਹ ਕੁਰੀਤੀਆਂ ਸਮਾਜ ਦੇ ਵਿੱਚ ਚੱਲ ਰਹੀਆਂ ਸੀ, ਜਿਵੇਂ ਕਿ ਸਤੀ ਪ੍ਰਥਾ, ਚਾਈਲਡ ਮੈਰਿਜ। ਠੀਕ ਹੈ, ਜੋ ਕੋਈ ਵਿਧਵਾ ਹੋ ਜਾਂਦੀ ਸੀ ਉਸਦੀ ਮੈਰਿਜ ਨਹੀਂ ਕਰਨੀ। ਠੀਕ ਹੈ ਜੀ, ਤਾਂ ਇਸ ਤਰ੍ਹਾਂ ਦੀਆਂ ਜੋ ਉਸ ਤੋਂ ਇਲਾਵਾ ਗਰਲਸ ਦੀ ਜੋ ਐਜੂਕੇਸ਼ਨ ਨਹੀਂ ਸੀ, ਗਰਲ ਦੀ ਐਜੂਕੇਸ਼ਨ ਨੂੰ ਰੋਕਿਆ ਜਾਂਦਾ ਸੀ, ਵੂਮਨਸ ਦੀ ਐਜੂਕੇਸ਼ਨ ਨਹੀਂ ਪ੍ਰੋਵਾਈਡ ਕਰਵਾਈ ਜਾਂਦੀ ਸੀ। ਇਸ ਤਰ੍ਹਾਂ ਦੀਆਂ ਜੋ, ਠੀਕ ਹੈ ਜੀ, ਕਰੂਰਤਾਵਾਂ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਸੀ, ਉਹਨਾਂ ਸਭ ਨੂੰ ਦੂਰ ਕਰਨ ਦੇ ਲਈ ਜੋ ਮੂਵਮੈਂਟਸ ਚਲਾਈਆਂ ਗਈਆਂ ਉਹਨਾਂ ਨੂੰ ਕਿਹਾ ਜਾਂਦਾ ਹੈ ਸੋਸ਼ਲ ਰਿਲੀਜੀਅਸ ਰਿਫਾਰਮ ਮੂਵਮੈਂਟਸ। ਦੇਖੋ, ਇਹ ਸਤੀ ਪ੍ਰਥਾ ਹੋ ਗਈ, ਚਾਈਲਡ ਮੈਰਿਜ ਹੋ ਗਈ, ਸਾਰੀਆਂ ਇੱਕ ਧਰਮ ਤੇ ਸਮਾਜ ਦੋਨਾਂ ਦੇ ਵਿੱਚ ਫੈਲੀਆਂ ਹੋਈਆਂ ਕੁਰੀਤੀਆਂ ਸੀ। ਠੀਕ ਹੈ, ਤਾਂ ਇਹਨਾਂ ਸਭ ਕੁਰੀਤੀਆਂ ਨੂੰ ਦੂਰ ਕਰਨ ਜੋ ਇੰਡੀਆ ਦੇ ਵਿੱਚ, ਜੋ ਭਾਰਤ ਦੇ ਵਿੱਚ ਸਭ ਤੋਂ ਪਹਿਲੀ ਰਿਲੀਜੀਅਸ ਮੂਵਮੈਂਟ ਚੱਲੀ, ਸੋਸ਼ਲ ਰਿਲੀਜੀਅਸ ਮੂਵਮੈਂਟ ਚੱਲੀ, ਉਸਦਾ ਕੀ ਨਾਮ ਸੀ? ਉਹ ਸੀ ਬ੍ਰਹਮੋ ਸਮਾਜ। ਉਸਦਾ ਨਾਮ ਸੀ ਬ੍ਰਹਮੋ ਸਮਾਜ। ਠੀਕ ਹੈ, ਇਹ ਇੰਡੀਆ ਦੀ ਪਹਿਲੀ ਸੋਸ਼ਲ ਰਿਲੀਜੀਅਸ ਮੂਵਮੈਂਟ ਹੈ, ਬ੍ਰਹਮੋ ਸਮਾਜ। ਇਸ ਨੂੰ ਚਲਾਇਆ ਗਿਆ ਸੀ 1828 ਦੇ ਵਿੱਚ। ਕਿਸ ਦੇ ਦੁਆਰਾ? ਰਾਜਾ ਰਾਮ ਮੋਹਨ ਰਾਏ ਦੁਆਰਾ। ਰਾਜਾ ਰਾਮ ਮੋਹਨ ਰਾਏ ਨੇ ਇਸ ਨੂੰ ਚਲਾਇਆ ਸੀਗਾ। ਠੀਕ ਹੈ ਜੀ, 1828 ਦੇ ਵਿੱਚ। ਤੇ ਕਿਸ ਜਗ੍ਹਾ ਚੱਲਿਆ ਸੀ ਇਹ? ਕਲਕੱਤਾ ਦੇ ਵਿੱਚ। ਕੋਲਕਾਤਾ, ਵੈਸਟ ਬੰਗਾਲ ਕਹਿ ਸਕਦੇ ਹੋ ਤੁਸੀਂ, ਬੰਗਾਲ ਕਹਿ ਸਕਦੇ ਹੋ। ਠੀਕ ਹੈ, ਇਸ ਜਗ੍ਹਾ ਬ੍ਰਹਮੋ ਸਮਾਜ ਪਹਿਲੀ ਵਾਰ ਇਸਟੈਬਲਿਸ਼ ਹੋਇਆ ਸੀਗਾ, ਬਣਾਇਆ ਗਿਆ ਸੀ ਕਿਸ ਵੱਲੋਂ? ਰਾਜਾ ਰਾਮ ਮੋਹਨ ਰਾਏ ਵੱਲੋਂ। ਠੀਕ ਹੈ, ਤੇ ਇਹ ਪੰਜਾਬ ਵਿੱਚ ਕਦੋਂ ਆਉਂਦਾ ਹੈ? ਬ੍ਰਹਮੋ ਸਮਾਜ ਪੰਜਾਬ ਵਿੱਚ ਆਉਂਦਾ ਹੈ 1864 ਦੇ ਵਿੱਚ। ਠੀਕ ਹੈ, 1864 ਵਿੱਚ ਇਹ ਪੰਜਾਬ ਵਿੱਚ ਆਉਂਦਾ ਹੈ। ਕਿਸ ਜਗ੍ਹਾ? ਲਾਹੌਰ। ਠੀਕ ਹੈ, ਤਾਂ ਬ੍ਰਹਮੋ ਸਮਾਜ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? 1828 ਵਿੱਚ ਕੋਲਕਾਤਾ, ਬੰਗਾਲ ਤੋਂ। ਤੇ ਪੰਜਾਬ ਵਿੱਚ ਕਦੋਂ ਆਉਂਦਾ ਹੈ? 1864 ਲਾਹੌਰ ਦੇ ਵਿੱਚ ਆਉਂਦਾ ਹੈ। ਦੇਖੋ, ਹੁਣ ਰਾਜਾ ਰਾਮ ਮੋਹਨ ਰਾਏ, ਦੇਖੋ ਅੱਜ ਵਧੀਆ ਪੇਪਰ ਦੇ ਵਿੱਚ ਰਾਜਾ ਰਾਮ ਮੋਹਨ ਰਾਏ ਤੇ ਬਹੁਤ ਅੱਛੇ ਲੈਵਲ ਦੇ ਕੁਐਸਚਨ ਆਉਂਦੇ ਨੇ, ਤੇ ਆਪਾਂ ਨੂੰ ਇਹ ਵੀ ਪੜ੍ਹਨਾ ਚਾਹੀਦਾ ਕਿ ਰਾਜਾ ਰਾਮ ਮੋਹਨ ਰਾਏ ਬਾਰੇ ਕੀ ਕੁਐਸਚਨ ਆਉਂਦੇ ਨੇ। ਤਾਂ ਰਾਜਾ ਰਾਮ ਮੋਹਨ ਰਾਏ ਤੇ ਜੋ ਸਭ ਤੋਂ ਫਸਟ ਕੁਐਸਚਨ ਆਉਂਦਾ ਹੈ, ਠੀਕ ਹੈ ਜੀ, ਉਹ ਹੈ ਕਿ ਰਾਜਾ ਰਾਮ ਮੋਹਨ ਰਾਏ ਨੂੰ ਰਾਜਾ ਦਾ ਟਾਈਟਲ ਕਿਸ ਨੇ ਦਿੱਤਾ ਸੀ? ਰਾਜਾ ਦਾ ਟਾਈਟਲ ਇਹਨਾਂ ਨੂੰ ਦਿੱਤਾ ਸੀਗਾ ਅਕਬਰ ਸੈਕਿੰਡ ਨੇ। ਠੀਕ ਹੈ, ਅਕਬਰ ਸੈਕਿੰਡ ਨੇ ਰਾਜਾ ਰਾਮ ਮੋਹਨ ਰਾਏ ਨੂੰ ਰਾਜਾ ਦਾ ਟਾਈਟਲ ਦਿੱਤਾ ਸੀ। ਉਸ ਤੋਂ ਇਲਾਵਾ ਦੇਖੋ, ਰਾਜਾ ਰਾਮ ਮੋਹਨ ਰਾਏ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਮਾਰਨਿੰਗ ਸਟਾਰ ਆਫ ਇੰਡੀਆ। ਮਾਰਨਿੰਗ ਸਟਾਰ ਆਫ ਇੰਡੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਰਾਜਾ ਰਾਮ ਮੋਹਨ ਰਾਏ ਨੂੰ। ਇਸ ਤੋਂ ਇਲਾਵਾ ਇਹਨਾਂ ਨੂੰ ਜਾਣਿਆ ਜਾਂਦਾ ਹੈ ਫਾਦਰ ਆਫ, ਠੀਕ ਹੈ, ਮਾਡਰਨ ਇੰਡੀਅਨ ਹਿਸਟਰੀ। ਫਾਦਰ ਆਫ ਇੰਡੀਅਨ ਮਾਡਰਨ ਹਿਸਟਰੀ ਜੋ ਕਿਹਾ ਜਾਂਦਾ ਹੈ, ਉਹ ਕਿਹਨਾਂ ਨੂੰ ਕਿਹਾ ਜਾਂਦਾ ਹੈ? ਰਾਜਾ ਰਾਮ ਮੋਹਨ ਰਾਏ ਨੂੰ। ਠੀਕ ਹੈ ਜੀ, ਇੰਡੀਆ ਦੀ ਮਾਡਰਨ ਹਿਸਟਰੀ ਦੇ ਪਿਤਾਮਾ ਵੀ ਕਿਸ ਨੂੰ ਕਿਹਾ ਜਾਂਦਾ ਹੈ? ਰਾਜਾ ਰਾਮ ਮੋਹਨ ਰਾਏ ਨੂੰ। ਇਸ ਤੋਂ ਇਲਾਵਾ ਇਹਨਾਂ ਨੂੰ ਕਿਹਾ ਜਾਂਦਾ ਹੈ ਫਾਦਰ ਆਫ, ਠੀਕ ਹੈ, ਰੈਨੀਸੈਂਸ। ਰੈਨੀਸੈਂਸ ਮਤਲਬ ਇੰਡੀਅਨ ਰੈਨੀਸੈਂਸ ਕਹਿ ਸਕਦੇ ਤੁਸੀਂ, ਫਾਦਰ ਆਫ ਇੰਡੀਅਨ ਰੈਨੀਸੈਂਸ। ਦੇਖੋ, ਰੈਨੀਸੈਂਸ ਦਾ ਮਤਲਬ ਕੀ ਹੁੰਦਾ ਹੈ? ਤਰਕਸ਼ੀਲ। ਜੋ ਆਪਾਂ ਦੇਖਦੇ ਹਾਂ ਕਿ ਤਰਕਸ਼ੀਲ ਸੁਸਾਇਟੀਆਂ ਅੱਜ ਕੱਲ੍ਹ ਬਣੀਆਂ ਹੋਈਆਂ ਨੇ, ਉਹਨਾਂ ਸਭ ਦੇ ਪਿਤਾਮਾ ਕੌਣ ਨੇ? ਰਾਜਾ ਰਾਮ ਮੋਹਨ ਰਾਏ। ਠੀਕ ਹੈ, ਤਰਕਸ਼ੀਲਤਾ ਨੂੰ ਪਹਿਲੀ ਵਾਰ ਭਾਰਤ ਲੈ ਕੇ ਆਉਣ ਵਾਲੇ ਕੌਣ ਸੀ? ਰਾਜਾ ਰਾਮ ਮੋਹਨ ਰਾਏ ਸੀ। ਇਸ ਤੋਂ ਇਲਾਵਾ ਇਹਨਾਂ ਨੂੰ ਕਿਹਾ ਜਾਂਦਾ ਹੈ ਫਾਦਰ ਆਫ ਜਰਨਲਿਜ਼ਮ। ਠੀਕ ਹੈ ਜੀ, ਜਰਨਲਿਜ਼ਮ। ਜੋ ਜਰਨਲਿਸਟ ਨੇ ਉਹਨਾਂ ਨੂੰ ਇਹ ਪ੍ਰੋਫੈਸ਼ਨ ਇੰਡੀਆ ਵਿੱਚ ਸਟਾਰਟ ਕਰਨ ਵਾਲੇ ਕੌਣ ਨੇਗੇ? ਰਾਜਾ ਰਾਮ ਮੋਹਨ ਰਾਏ। ਜਰਨਲਿਜ਼ਮ ਦੇ ਫਾਦਰ ਵੀ ਕਿਹਨਾਂ ਨੂੰ ਕਿਹਾ ਜਾਂਦਾ ਹੈ? ਰਾਜਾ ਰਾਮ ਮੋਹਨ ਰਾਏ ਨੂੰ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਰਾਜਾ ਰਾਮ ਮੋਹਨ ਰਾਏ ਨੂੰ ਕਿਹਾ ਜਾਂਦਾ ਸੀ ਲਿੰਗੁਇਸਟਿਕ ਗਿਫਟਡ ਪਰਸਨ। ਲਿੰਗੁਇਸਟਿਕ ਗਿਫਟਡ ਪਰਸਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਠੀਕ ਹੈ ਜੀ। ਇਸ ਦਾ ਕੀ ਮਤਲਬ ਹੁੰਦਾ ਹੈ ਕਿ ਜਿਸ ਨੂੰ ਇੱਕ ਨਾਲੋਂ ਜ਼ਿਆਦਾ ਭਾਸ਼ਾਵਾਂ ਆਉਂਦੀਆਂ ਹੋਣ, ਠੀਕ ਹੈ। ਜਿਸ ਨੂੰ ਇੱਕ ਭਾਸ਼ਾ ਨਾਲੋਂ ਜ਼ਿਆਦਾ ਭਾਸ਼ਾਵਾਂ ਆਉਂਦੀਆਂ ਹੋਣ ਉਸ ਨੂੰ ਕਿਹਾ ਜਾਂਦਾ ਹੈ ਲਿੰਗੁਇਸਟਿਕ ਪਰਸਨ, ਤੇ ਇਹਨਾਂ ਨੂੰ ਕਿਹਾ ਜਾਂਦਾ ਹੈ ਲਿੰਗੁਇਸਟਿਕ ਗਿਫਟਡ ਪਰਸਨ। ਕਿਉਂ? ਕਿਉਂਕਿ ਇਹਨਾਂ ਨੂੰ ਲਗਭਗ 16 ਭਾਸ਼ਾਵਾਂ ਦੇ ਉੱਤੇ ਇਹਨਾਂ ਦੀ ਪਕੜ ਬਹੁਤ ਮਜ਼ਬੂਤ ਸੀ। ਇਹਨਾਂ ਨੂੰ 16 ਭਾਸ਼ਾਵਾਂ ਦਾ ਗਿਆਨ ਸੀਗਾ ਲਗਭਗ ਰਾਜਾ ਰਾਮ ਮੋਹਨ ਰਾਏ ਨੂੰ, ਠੀਕ ਹੈ। ਇਸ ਤੋਂ ਇਲਾਵਾ ਇਹਨਾਂ ਨੇ ਜੋ ਕੁਛ ਕੰਮ ਕੀਤੇ, ਸਤੀ ਪ੍ਰਥਾ ਨੂੰ ਖਤਮ ਕਰਨ ਲਈ ਵੀ ਇਹਨਾਂ ਨੇ ਬਹੁਤ, ਠੀਕ ਹੈ ਜੀ, ਜ਼ੋਰ ਲਗਾਇਆ, ਆਪਣੇ ਕੰਮ ਕੀਤੇ, ਆਪਣੀ ਮੂਵਮੈਂਟਸ ਦੇ ਵਿੱਚ ਸਤੀ ਪ੍ਰਥਾ ਦੇ ਖਿਲਾਫ ਹਮੇਸ਼ਾ ਬੋਲਦੇ ਹੁੰਦੇ ਸੀਗੇ। ਤਾਂ ਇਸ ਤੋਂ ਇਲਾਵਾ ਇਹਨਾਂ ਦੀ ਇੱਕ ਬੁੱਕ ਹੈ, ਠੀਕ ਹੈ। ਤਾਂ ਪੁੱਛਿਆ ਜਾਂਦਾ ਕਿ ਰਾਜਾ ਰਾਮ ਮੋਹਨ ਰਾਏ ਦੀ ਬੁੱਕ ਦਾ ਨਾਮ ਕੀ ਹੈ, ਤਾਂ ਉਹ ਬੁੱਕ ਦਾ ਨਾਮ ਹੈ ਗਿਫਟ ਆਫ ਮੋਨੋਥਿਸਟ। ਗਿਫਟ ਆਫ ਮੋਨੋਥਿਸਟ ਦੇ ਨਾਮ ਨਾਲ ਇਹਨਾਂ ਦੀ ਇੱਕ ਬੁੱਕ ਹੈ, ਠੀਕ ਹੈ ਜੀ। ਰਾਜਾ ਰਾਮ ਮੋਹਨ ਰਾਏ ਦੀ ਬੁੱਕ ਦਾ ਕੀ ਨਾਮ ਹੈ? ਗਿਫਟ ਆਫ ਮੋਨੋਥਿਸਟ। ਤੇ ਰਾਜਾ ਰਾਮ ਮੋਹਨ ਰਾਏ ਦੀ ਡੈਥ ਕਦੋਂ ਹੁੰਦੀ ਹੈ? ਰਾਜਾ ਰਾਮ ਮੋਹਨ ਰਾਏ ਦੀ ਡੈਥ ਬਿਸਟਲ ਲੰਡਨ ਦੇ ਵਿੱਚ ਹੁੰਦੀ ਹੈ। ਬਿਸਟਲ ਲੰਡਨ ਦੇ ਵਿੱਚ ਇਹਨਾਂ ਦੀ ਡੈਥ ਹੁੰਦੀ ਹੈ, ਰਾਜਾ ਰਾਮ ਮੋਹਨ ਰਾਏ। ਇਹ ਸੀਗਾ ਸਾਰਾ ਬ੍ਰਹਮੋ ਸਮਾਜ ਦੇ ਬਾਰੇ। ਤੇ ਉਹ ਬ੍ਰਹਮੋ ਸਮਾਜ ਬੰਗਾਲ ਦੇ ਵਿੱਚ ਚੱਲਿਆ, ਉੱਥੋਂ ਹੀ ਸਾਰੇ ਭਾਰਤ ਦੇ ਵਿੱਚ ਇਹਨਾਂ ਲਹਿਰਾਂ ਦਾ ਆਗਮਨ ਹੋਇਆ, ਠੀਕ ਹੈ ਜੀ। ਇਹ ਲਹਿਰ ਬੰਗਾਲ ਤੋਂ ਚੱਲਦੀ ਚੱਲਦੀ ਪੰਜਾਬ ਆਈ, ਫਿਰ ਪੰਜਾਬ ਦੇ ਵਿੱਚ ਅਲੱਗ ਤੋਂ ਅੱਗੇ ਹੋਰ ਲਹਿਰਾਂ ਚੱਲੀਆਂ, ਠੀਕ ਹੈ। ਇਸ ਤੋਂ ਬਾਅਦ ਇੱਕ ਦੂਸਰੀ ਜੋ ਲਹਿਰ ਚੱਲੀ ਸੀਗੀ, ਮੂਵਮੈਂਟ ਸੀ, ਉਸਦਾ ਕੀ ਨਾਮ ਸੀ? ਇੱਕ ਸਮਾਜ ਬਣਿਆ ਸੀ ਆਰਿਆ ਸਮਾਜ, ਠੀਕ ਹੈ। ਆਰਿਆ ਸਮਾਜ। ਆਰਿਆ ਸਮਾਜ ਨੂੰ ਸਥਾਪਿਤ ਕਰਨ ਵਾਲੇ ਕੌਣ ਸੀ? ਸਟੈਬਲਿਸ਼ ਕਰਨ ਵਾਲੇ ਕੌਣ ਸੀ? ਦਯਾਨੰਦ ਸਰਸਵਤੀ। ਦਯਾਨੰਦ ਸਰਸਵਤੀ, ਠੀਕ ਹੈ ਜੀ। ਤੇ ਇਹਨਾਂ ਨੇ ਇਸ ਦੀ ਸ਼ੁਰੂਆਤ ਕੀਤੀ ਸੀ 1875 ਦੇ ਵਿੱਚ। 1875 ਦੇ ਵਿੱਚ ਬੰਬੇ ਦੇ ਵਿੱਚ 1875 ਦੇ ਵਿੱਚ ਬੰਬੇ ਦੇ ਵਿੱਚ ਆਰਿਆ ਸਮਾਜ ਬਣਾਇਆ ਜਾਂਦਾ ਹੈ ਦਯਾਨੰਦ ਸਰਸਵਤੀ ਵੱਲੋਂ। ਤੇ ਇਸ ਤੋਂ ਬਣਨ ਤੋਂ 2 ਸਾਲ ਬਾਅਦ 1877 ਵਿੱਚ ਆਰਿਆ ਸਮਾਜ ਬੰਬੇ ਤੋਂ ਉੱਠ ਕੇ ਕਿੱਥੇ ਆ ਜਾਂਦਾ ਹੈ? ਲਾਹੌਰ ਦੇ ਵਿੱਚ, ਠੀਕ ਹੈ। ਤੇ ਲਾਹੌਰ ਵਿੱਚ ਇਸ ਦਾ ਬਹੁਤ ਵੱਡਾ, ਠੀਕ ਹੈ, ਜੋ ਆਪਾਂ ਕਹਿ ਸਕਦੇ ਹਾਂ ਕਿ ਸਥਾਨ ਬਣਦਾ ਹੈ ਬਹੁਤ ਵੱਡਾ। ਆ ਕੇ ਇਹ ਆਸ਼ਰਮ ਬਣਾਉਂਦੇ ਨੇ ਆਰਿਆ ਸਮਾਜ ਦਾ ਲਾਹੌਰ ਦੇ ਵਿੱਚ, ਠੀਕ ਹੈ। ਤਾਂ ਹੁਣ ਕੁਝ ਗੱਲਾਂ ਜੋ ਆਪਾਂ ਨੇ ਯਾਦ ਕਰਨੀਆਂ ਨੇ ਦਯਾਨੰਦ ਸਰਸਵਤੀ ਬਾਰੇ। ਦਯਾਨੰਦ ਸਰਸਵਤੀ ਜੀ ਨੂੰ ਦਾ ਓਰੀਜਨਲ ਨੇਮ ਕੀ ਸੀ? ਪਹਿਲਾ ਕੁਐਸਚਨ ਤਾਂ ਇਹੀ ਆਉਂਦਾ ਹੈ ਕਿ ਦਯਾਨੰਦ ਸਰਸਵਤੀ ਦਾ ਓਰੀਜਨਲ ਨਾਮ ਕੀ ਸੀ? ਤਾਂ ਇਸ ਦਾ ਓਰੀਜਨਲ ਨਾਮ ਸੀ ਮੂਲ ਸ਼ੰਕਰ, ਠੀਕ ਹੈ। ਇਸ ਦਾ ਓਰੀਜਨਲ ਨਾਮ ਸੀ ਮੂਲ ਸ਼ੰਕਰ। ਮੂਲ ਸ਼ੰਕਰ ਇਹਨਾਂ ਦਾ ਓਰੀਜਨਲ ਨਾਮ ਸੀ, ਠੀਕ ਹੈ ਜੀ। ਤੇ ਇਹਨਾਂ ਨੇ ਹਮੇਸ਼ਾ ਜੋ ਵੂਮਨ ਐਜੂਕੇਸ਼ਨ ਸੀ, ਜੋ ਔਰਤਾਂ ਦੀ ਪੜ੍ਹਾਈ ਸੀ, ਉਸ ਦਾ ਹਮੇਸ਼ਾ ਤੋਂ, ਠੀਕ ਹੈ ਜੀ, ਕਿਹਾ ਸੀ ਕਿ ਵੂਮੈਨਸ ਨੂੰ ਪੜ੍ਹਾਇਆ ਜਾਵੇ, ਵੂਮੈਨਸ ਨੂੰ ਤਰੱਕੀ ਇਸ ਤਰੀਕੇ ਨਾਲ ਹੀ ਹੋਏਗੀ ਜੇਕਰ ਉਹ ਪੜ੍ਹੀਆਂ ਲਿਖੀਆਂ ਹੋਣਗੀਆਂ। ਉਹਨਾਂ ਤੋਂ ਬਾਅਦ ਜੋ ਮੋਸਟ ਇੰਪੋਰਟੈਂਟ ਕੁਐਸਚਨ ਆਉਂਦਾ ਹੈ ਕਿ ਦਯਾਨੰਦ ਸਰਸਵਤੀ ਦਾ ਸਲੋਗਨ ਕੀ ਹੈ? ਇਹਨਾਂ ਨੇ ਇੱਕ ਸਲੋਗਨ ਦਿੱਤਾ ਸੀ ਜੋ ਕੀ ਹੈ? ਗੋ ਬੈਕ ਟੂ ਵੇਦਾਸ। ਗੋ ਬੈਕ ਟੂ ਵੇਦਾਸ ਇਹਨਾਂ ਦਾ ਉਹ ਸਲੋਗਨ ਸੀ ਕਿ ਵੇਦਾਂ ਦੀ ਤਰਫ ਵਾਪਸ ਚੱਲੋ, ਕਿ ਵੇਦਾਂ ਦੀ ਤਰਫ ਵਾਪਸ ਚੱਲੋ। ਮਤਲਬ ਕਿ ਜੋ ਕੁਰੀਤੀਆਂ ਠੀਕ ਹੋਣਗੀਆਂ ਉਹ ਵੇਦ ਦੇ ਨਾਲ ਹੀ ਠੀਕ ਹੋਣਗੀਆਂ, ਵੇਦਾਂ ਨੂੰ ਪੜ੍ਹ ਕੇ ਠੀਕ ਹੋਣਗੀਆਂ। ਜੋ ਵੇਦ ਨੇਗੇ 4 ਵੇਦ ਸੀਗੇ, ਰਿਗਵੇਦ, ਯਜੁਰਵੇਦ, ਸਾਮਵੇਦ ਸੀਗਾ, ਅਥਰਵਵੇਦ, ਕਿ ਉਹਨਾਂ ਦੀ ਤਰਫ ਵਾਪਸ ਚੱਲੋ, ਉਹਨਾਂ ਨੂੰ ਪੜ੍ਹੋ ਲਿਖੋ, ਠੀਕ ਹੈ ਜੀ। ਤਾਂ ਇਹਨਾਂ ਦਾ ਸਲੋਗਨ ਸੀ ਗੋ ਬੈਕ ਟੂ ਵੇਦਾਸ। ਇਹਨਾਂ ਨੇ 2 ਸਕੂਲ ਬਣਵਾਏ, ਠੀਕ ਹੈ ਜੀ। ਇੱਕ ਸੀਗਾ ਡੀਏਵੀ ਸਕੂਲ, ਦੂਸਰਾ ਸੀਗਾ ਗੁਰੂਕੁਲਸ। ਇਹਨਾਂ ਨੇ ਇਹ ਬਣਵਾਏ ਸੀਗੇ ਗੁਰੂਕੁਲਸ, ਠੀਕ ਹੈ ਜੀ। ਤੇ ਇਹਨਾਂ ਦੀ ਇੱਕ ਬੁੱਕ ਹੈ, ਦਯਾਨੰਦ ਸਰਸਵਤੀ ਦੀ ਵੀ ਇੱਕ ਬੁੱਕ ਹੈ। ਇਹਨਾਂ ਦੀ ਬੁੱਕ ਦਾ ਕੀ ਨਾਮ ਹੈ? ਲਾਈਟ ਆਫ ਟਰੁੱਥ। ਲਾਈਟ ਆਫ ਟਰੁੱਥ ਇਹਨਾਂ ਦੀ ਬੁੱਕ ਦਾ ਨਾਮ ਹੈ, ਠੀਕ ਹੈ। ਅਗਰ ਹਿੰਦੀ ਵਿੱਚ ਕਿਸੇ ਦਾ ਕੀ ਆਉਂਦਾ ਹੈ? ਸਤਿਆ ਪ੍ਰਕਾਸ਼। ਸਤਿਆਰਥ ਪ੍ਰਕਾਸ਼, ਇਹ ਇਹਨਾਂ ਦੀ ਬੁੱਕ ਦਾ ਨਾਮ ਸੀ, ਠੀਕ ਹੈ। ਤਾਂ ਇਹ ਸੀ 2 ਮੂਵਮੈਂਟਸ ਜੋ ਇੰਡੀਆ ਲੈਵਲ 'ਤੇ ਚੱਲਦੀਆਂ ਅਤੇ ਬਾਅਦ ਵਿੱਚ ਜੋ ਪੰਜਾਬ ਵਿੱਚ ਆਈਆਂ, ਠੀਕ ਹੈ, ਬ੍ਰਹਮੋ ਸਮਾਜ ਐਂਡ ਆਰਿਆ ਸਮਾਜ। ਹੁਣ ਜੋ ਪੰਜਾਬ ਦੀ ਮੇਨ ਸਭ ਤੋਂ ਪਹਿਲੀ, ਜੋ ਪੰਜਾਬ ਵਿੱਚ ਸਭ ਤੋਂ ਪਹਿਲੀ ਮੂਵਮੈਂਟ ਜੋ ਚੱਲਦੀ ਹੈ ਉਸ ਦਾ ਨਾਮ ਕੀ ਹੈ? ਨਿਰੰਕਾਰੀ ਮੂਵਮੈਂਟ, ਠੀਕ ਹੈ ਜੀ। ਨਿਰੰਕਾਰੀ ਮੂਵਮੈਂਟ, ਜਿਸ ਨੂੰ ਆਪਾਂ ਅੱਗੇ ਡਿਸਕਸ ਕਰਾਂਗੇ, ਠੀਕ ਹੈ। ਤਾਂ ਜੋ ਇਸ ਵਿੱਚ ਨਿਰੰਕਾਰੀ ਮੂਵਮੈਂਟ ਨੂੰ ਜੋ ਫਾਊਂਡ ਕੀਤਾ ਸੀ, ਜਿਹਨਾਂ ਨੇ ਚਲਾਇਆ ਸੀ, ਉਹ ਕੌਣ ਸੀ? ਬਾਬਾ ਦਿਆਲ, ਠੀਕ ਹੈ। ਬਾਬਾ ਦਿਆਲ ਨੇ ਇਸ ਨੂੰ ਚਲਾਇਆ ਸੀ। ਅਤੇ ਇਹ ਪੇਸ਼ਾਵਰ ਦੇ ਇੱਕ ਵਪਾਰੀ ਸੀ, ਠੀਕ ਹੈ। ਪੇਸ਼ਾਵਰ ਦੇ ਇੱਕ ਮਰਚੈਂਟ ਸੀਗੇ, ਵਪਾਰੀ ਸੀਗੇ, ਠੀਕ ਹੈ। ਮਰਚੈਂਟ ਆਫ ਪੇਸ਼ਾਵਰ ਸੀ ਬਾਬਾ ਦਿਆਲ। ਅਤੇ ਇਹਨਾਂ ਨੇ 19ਵੀਂ ਸਦੀ ਦੇ, ਠੀਕ ਹੈ, ਮਿਡਲ ਦੇ ਵਿੱਚ 19ਵੀਂ ਸਦੀ ਦੇ ਮਿਡਲ ਦੇ ਵਿੱਚ ਇਹਨਾਂ ਨੇ ਨਿਰੰਕਾਰੀ ਮੂਵਮੈਂਟ ਦੀ ਸ਼ੁਰੂਆਤ ਕੀਤੀ ਸੀਗੀ। ਅਤੇ ਇਹਨਾਂ ਨੇ 1851 ਦੇ ਵਿੱਚ ਰਾਵਲਪਿੰਡੀ ਦੇ ਵਿੱਚ ਨਿਰੰਕਾਰੀ ਦਰਬਾਰ ਦੀ ਸਥਾਪਨਾ ਕੀਤੀ, ਠੀਕ ਹੈ। ਬਾਬਾ ਦਿਆਲ ਨੇ ਰਾਵਲਪਿੰਡੀ ਦੇ ਵਿੱਚ 1851 ਵਿੱਚ ਕੀ ਕੀਤਾ? ਨਿਰੰਕਾਰੀ ਦਰਬਾਰ ਦੀ ਸਥਾਪਨਾ ਕੀਤੀ, ਠੀਕ ਹੈ। ਦੇਖੋ ਉਸ ਤੋਂ ਬਾਅਦ ਜਦੋਂ ਬਾਬਾ ਦਿਆਲ ਦੀ ਡੈਥ ਹੁੰਦੀ ਹੈ, ਬਾਬਾ ਦਿਆਲ ਦੀ ਡੈਥ ਤੋਂ ਬਾਅਦ ਉਹਨਾਂ ਦੇ ਬੇਟੇ, ਠੀਕ ਹੈ ਜੀ, ਬਾਬਾ ਦਰਬਾਰਾ ਸਿੰਘ
ਉਸ ਤੋਂ ਬਾਅਦ ਉਹਨਾਂ ਦੇ ਬ੍ਰਦਰ ਸੀਗੇ ਰਤਨ ਸਿੰਘ, ਉਹਨਾਂ ਤੋਂ ਉਹਨਾਂ ਦਾ ਬੇਟਾ ਗੁਰਦਿੱਤ ਸਿੰਘ। ਇਸ ਤਰ੍ਹਾਂ ਅਲੱਗ-ਅਲੱਗ ਆ ਕੇ ਉਹਨਾਂ ਦੀ ਗੱਦੀ ਤੇ ਬਹਿੰਦੇ ਨੇ। ਬਟ ਜਦੋਂ 1947 ਵਿੱਚ ਪੰਜਾਬ ਦੀ ਪਾਰਟੀਸ਼ਨ ਹੁੰਦੀ ਹੈ, ਉਸ ਤੋਂ ਪਹਿਲਾਂ ਜੋ ਨਿਰੰਕਾਰੀ ਮੂਵਮੈਂਟ ਦਾ ਨਿਰੰਕਾਰੀ ਦਰਬਾਰ ਸੀ ਉਹ ਕਿੱਥੇ ਸੀ? ਉਹ ਸੀ ਰਾਵਲਪਿੰਡੀ ਦੇ ਵਿੱਚ। ਬਟ 1947 ਦੇ ਵਿੱਚ ਵੰਡ ਤੋਂ ਬਾਅਦ ਜੋ ਇਹਨਾਂ ਨਿਰੰਕਾਰੀ ਮੂਵਮੈਂਟ ਦਾ ਜੋ ਸਾਰਾ ਠੀਕ ਹੈ ਜੀ ਉੱਠ ਕੇ ਜੋ ਰਾਵਲਪਿੰਡੀ ਵਿੱਚੋਂ ਉੱਠ ਕੇ ਉਹ ਪਹਿਲਾਂ ਕਿੱਥੇ ਆ ਕੇ ਸੈਟਲ ਹੁੰਦਾ ਹੈ? ਪਹਿਲਾਂ ਸੈਟਲ ਹੁੰਦਾ ਹੈ ਆ ਕੇ ਅੰਮ੍ਰਿਤਸਰ ਦੇ ਵਿੱਚ। ਬਟ ਉਸ ਤੋਂ ਬਾਅਦ ਅੰਮ੍ਰਿਤਸਰ ਤੋਂ ਬਾਅਦ ਇਹ ਸ਼ਿਫਟ ਹੋ ਜਾਂਦਾ ਹੈ ਕਿੱਥੇ? ਚੰਡੀਗੜ੍ਹ ਦੇ ਵਿੱਚ। ਠੀਕ ਹੈ, ਚੰਡੀਗੜ੍ਹ ਦੇ ਵਿੱਚ ਇਹ ਸ਼ਿਫਟ ਹੋ ਜਾਂਦਾ ਹੈ। ਤਾਂ ਇਸ ਦਾ ਜੋ ਸਭ ਤੋਂ ਮੇਨ ਕੁਐਸਚਨ ਕੀ ਹੈ ਕਿ ਇਸ ਨੂੰ ਚਲਾਇਆ ਕਿਸ ਨੇ ਸੀ, ਬਣਾਇਆ ਕਿਸ ਨੇ ਸੀ? ਤਾਂ ਬਾਬਾ ਦਿਆਲ ਨੇ ਇਸ ਨੂੰ ਬਣਾਇਆ ਸੀ। ਤੇ ਇਸ ਦਾ ਹੈੱਡਕੁਆਟਰ ਕਿੱਥੇ ਸੀ? ਓਰੀਜਨਲ ਰਾਵਲਪਿੰਡੀ, ਤੇ ਐਟ ਪ੍ਰੈਜ਼ੈਂਟ ਕਿੱਥੇ ਹੈ? ਚੰਡੀਗੜ੍ਹ। ਠੀਕ ਹੈ ਜੀ। ਤੇ ਇਹਨਾਂ ਬਾਰੇ ਇੱਕ ਹੋਰ ਗੱਲ ਕਿ ਇਹ ਜਦੋਂ ਅਰਦਾਸ ਕਰਦੇ ਨੇ ਤਾਂ ਅਰਦਾਸ ਦੇ ਵਿੱਚ ਇਹ ਭਗਉਤੀ ਵਰਡ ਦੀ ਜਗ੍ਹਾ ਕਿਹੜਾ ਵਰਡ ਯੂਜ਼ ਕਰਦੇ ਨੇ? ਨਿਰੰਕਾਰੀ। ਠੀਕ ਹੈ ਜੀ, ਇਹ ਭਗਉਤੀ ਵਰਡ ਦੀ ਜਗ੍ਹਾ ਨਿਰੰਕਾਰੀ ਵਰਡ ਯੂਜ਼ ਕਰਦੇ ਨੇ ਜਦੋਂ ਅਰਦਾਸ ਕੀਤੀ ਜਾਂਦੀ ਹੈ। ਠੀਕ ਹੈ, ਇਹ ਸੀ ਸਾਰਾ ਨਿਰੰਕਾਰੀ ਮੂਵਮੈਂਟ ਦੇ ਬਾਰੇ ਵਿੱਚ। ਨੈਕਸਟ ਆਉਂਦੀ ਹੈ ਰਾਧਾ ਸਵਾਮੀ ਮੂਵਮੈਂਟ। ਤੇ ਰਾਧਾ ਸਵਾਮੀ ਮੂਵਮੈਂਟ ਨੂੰ ਜਿਨ੍ਹਾਂ ਨੇ ਫਾਊਂਡ ਕੀਤਾ ਸੀ ਉਹ ਸੀਗੇ ਸ਼ਿਵ ਦਿਆਲ ਆਗਰਾ ਦੇ, ਤੇ ਇਹਨਾਂ ਨੇ 19ਵੀਂ ਸੈਂਚੁਰੀ ਦੇ ਵਿੱਚ ਇਸ ਨੂੰ ਸਥਾਪਿਤ ਕੀਤਾ ਸੀ। ਸ਼ਿਵ ਦਿਆਲ ਪੇਸ਼ੇ ਤੋਂ ਇੱਕ ਬੈਂਕਰ ਸੀਗੇ। ਠੀਕ ਹੈ ਜੀ, ਬੈਂਕ ਦੇ ਵਿੱਚ ਕੰਮ ਕਰਨ ਵਾਲੇ ਸੀਗੇ, ਬੈਂਕਰ ਸੀਗੇ ਸ਼ਿਵ ਦਿਆਲ। ਤੇ ਸ਼ਿਵ ਦਿਆਲ ਜੋ ਹਾਈਲੀ ਇਨਫਲੂਐਂਸਡ ਯਾਨੀ ਕਿ ਆਦਿ ਗ੍ਰੰਥ ਜੋ ਆਪਣੇ ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਦੀ ਟੀਚਿੰਗ ਤੋਂ ਉਹ ਹਾਈਲੀ ਇਨਫਲੂਐਂਸਡ ਯਾਨੀ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੇਰਿਤ ਹੋਏ ਸੀ ਇਸ ਆਦਿ ਗ੍ਰੰਥ ਦੀ ਟੀਚਿੰਗ ਤੋਂ। ਠੀਕ ਹੈ ਜੀ, ਟੀਚਿੰਗ ਤੋਂ। ਤੇ ਇਹਦੇ ਵਿੱਚ ਰਾਧਾ ਸਵਾਮੀ ਦੇ ਵਿੱਚ ਇਸ ਦਾ ਕੀ ਮਤਲਬ ਹੈ? ਨਾਮ ਦਾ ਕੀ ਮਤਲਬ ਹੈ? ਦੇਖੋ, ਰਾਧਾ ਜੋ ਵਰਡ ਹੈ ਇਹ ਸਿੰਬਲਾਈਜ਼ ਕਰਦੇ ਹੈ ਸੋਲ ਨੂੰ ਯਾਨੀ ਕਿ ਆਤਮਾ ਨੂੰ। ਠੀਕ ਹੈ, ਆਤਮਾ ਨੂੰ ਸਿੰਬਲਾਈਜ਼ ਕਰਦੀ ਹੈ ਰਾਧਾ, ਤੇ ਸਵਾਮੀ ਦਾ ਮਤਲਬ ਹੈਗਾ ਮਾਸਟਰ। ਠੀਕ ਹੈ, ਤਾਂ ਇਸ ਦੋ ਵਰਡਸ ਤੋਂ ਮਿਲ ਕੇ ਕੀ ਬਣਿਆ ਹੈ? ਰਾਧਾ ਸਵਾਮੀ ਮੂਵਮੈਂਟ ਬਣੀ ਹੈ। ਠੀਕ ਹੈ ਜੀ। ਦੇਖੋ, ਜਦੋਂ ਸ਼ਿਵ ਦਿਆਲ ਜੀ ਦੀ ਡੈਥ ਹੁੰਦੀ ਹੈ, ਠੀਕ ਹੈ, ਸ਼ਿਵ ਦਿਆਲ ਜੀ ਦੀ ਡੈਥ ਤੋਂ ਬਾਅਦ ਜੋ ਰਾਧਾ ਸਵਾਮੀ ਹੈ ਉਹ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਠੀਕ ਹੈ, ਇੱਕ ਸੈਂਟਰ ਜੋ ਮੇਨ ਸੈਂਟਰ ਉਹ ਆਗਰੇ ਵਿੱਚ ਹੀ ਰਹਿ ਜਾਂਦਾ ਹੈ, ਤੇ ਦੂਸਰਾ ਸੈਂਟਰ ਉਹਨਾਂ ਦੇ ਇੱਕ ਡਿਸਿਪਲ ਸੀਗੇ ਉਹਨਾਂ ਦੇ ਵਿਦਿਆਰਥੀ ਜਿਨ੍ਹਾਂ ਦਾ ਨਾਮ ਸੀ ਜੈਮਲ ਸਿੰਘ। ਠੀਕ ਹੈ, ਜੈਮਲ ਸਿੰਘ ਉਹ ਆਗਰੇ ਤੋਂ ਠੀਕ ਹੈ ਰਾਧਾ ਸਵਾਮੀ ਦਾ ਜੋ ਇੱਕ ਪਾਠ ਲੈ ਕੇ ਕਿੱਥੇ ਆ ਜਾਂਦੇ ਨੇ? ਉਹ ਬਿਆਸ ਨਦੀ ਦੇ ਕੰਢੇ ਤੇ ਜਿਹੜਾ ਅੱਜ ਕੱਲ੍ਹ ਸ਼ਹਿਰ ਹੈ ਜਲੰਧਰ ਕੋਲ ਬਿਆਸ, ਉੱਥੇ ਉਹਨਾਂ ਨੇ ਕੀ ਬਣਾਇਆ ਹੈ? ਰਾਧਾ ਸਵਾਮੀ ਦਾ ਠੀਕ ਹੈ ਇੱਕ ਆਪਾਂ ਕਹਿੰਦੇ ਬੇਸ ਬਣਾਇਆ ਹੈ, ਇੱਕ ਤਰ੍ਹਾਂ ਦਾ ਜਿਹੜਾ ਸੈਂਟਰ ਬਣਾਇਆ ਹੈ ਜੋ ਪੰਜਾਬ ਦੇ ਵਿੱਚ ਮੇਨ ਸੈਂਟਰ ਹੈ ਨਾਰਥ ਇੰਡੀਆ ਦੇ ਵਿੱਚ। ਠੀਕ ਹੈ ਜੀ। ਤਾਂ ਠੀਕ ਹੈ, ਮੇਨ ਸੈਂਟਰ ਕਿੱਥੇ? ਰਾਧਾ ਸਵਾਮੀ ਦਾ ਆਗਰੇ ਵਿੱਚ, ਤੇ ਪੰਜਾਬ ਵਿੱਚ ਕਿੱਥੇ ਹੈ ਉਹ? ਔਨ ਦਾ ਬੈਂਕ ਆਫ ਰਿਵਰ ਬਿਆਸ ਵਿੱਚ। ਕਿਹਨਾਂ ਨੇ ਬਣਾਇਆ ਸੀ? ਜੈਮਲ ਸਿੰਘ ਨੇ। ਪੰਜਾਬ ਦੇ ਵਿੱਚ ਜੈਮਲ ਸਿੰਘ ਨੇ ਬਣਾਇਆ ਸੀ। ਤੇ ਓਰੀਜਨਲੀ ਕਿਹਨਾਂ ਨੇ ਬਣਾਇਆ ਸੀਗਾ? ਓਰੀਜਨਲੀ ਜੋ ਰਾਧਾ ਸਵਾਮੀ ਦੇ ਫਾਊਂਡਰ ਨੇ ਹੀ ਵਾਜ਼ ਸ਼ਿਵ ਦਿਆਲ। ਠੀਕ ਹੈ ਜੀ, ਸ਼ਿਵ ਦਿਆਲ ਨੇ ਇਸ ਨੂੰ ਬਣਾਇਆ ਸੀਗਾ। ਨੈਕਸਟ ਆਉਂਦਾ ਹੈ ਨਾਮਧਾਰੀ ਔਰ ਕੂਕਾ ਮੂਵਮੈਂਟ। ਠੀਕ ਹੈ ਜੀ, ਨਾਮਧਾਰੀ ਨੂੰ ਜੋ ਓਰੀਜਨਲੀ ਫਾਊਂਡ ਕੀਤਾ ਸੀ ਉਹ ਕੀਤਾ ਸੀ ਬਾਬਾ ਬਾਲਕ ਸਿੰਘ ਨੇ। ਠੀਕ ਹੈ ਜੀ, ਬਾਬਾ ਬਾਲਕ ਸਿੰਘ ਨੇ। ਤੇ ਬਾਬਾ ਬਾਲਕ ਸਿੰਘ ਓਰੀਜਨਲੀ ਜੋ ਰਹਿਣ ਵਾਲੇ ਸੀ ਉਹ ਹੈਗੇ ਸੀਗੇ ਹਾਜਰੋ ਦੇ। ਠੀਕ ਹੈ ਜੀ, ਹਾਜਰੋ ਦੇ ਰਹਿਣ ਵਾਲੇ ਸੀ, ਇਸ ਲਈ ਜੋ ਓਰੀਜਨਲ ਸੈਂਟਰ ਸੀ ਨਾਮਧਾਰੀ ਦਾ ਉਹ ਕਿੱਥੇ ਸੀ? ਉਹ ਹਾਜਰੋ ਵਿੱਚ ਸੀ। ਠੀਕ ਹੈ, ਬਟ ਜਦੋਂ ਬਾਬਾ ਬਾਲਕ ਸਿੰਘ ਦੀ ਡੈਥ ਹੁੰਦੀ ਹੈ ਉਹਨਾਂ ਤੋਂ ਬਾਅਦ ਉਹਨਾਂ ਦੇ ਇੱਕ ਵਿਦਿਆਰਥੀ ਜਿਹਦਾ ਨਾਮ ਸੀ ਬਾਬਾ ਰਾਮ ਸਿੰਘ। ਠੀਕ ਹੈ ਜੀ, ਉਹ ਇਸ ਸੈਂਟਰ ਨੂੰ ਕਿੱਥੇ ਲਿਆਉਂਦੇ ਨੇ? ਭੈਣੀ ਵਿਲੇਜ ਲੈ ਆਉਂਦੇ ਨੇ ਲੁਧਿਆਣੇ, ਕਿਉਂਕਿ ਖੁਦ ਰਾਮ ਸਿੰਘ ਕਿੱਥੋਂ ਦੇ ਰਹਿਣ ਵਾਲੇ ਸੀਗੇ? ਭੈਣੀ ਵਿਲੇਜ ਦੇ ਰਹਿਣ ਵਾਲੇ ਸੀ। ਠੀਕ ਹੈ, ਭੈਣੀ ਨਾਂ ਦੇ ਪਿੰਡ ਦੇ ਰਹਿਣ ਵਾਲੇ ਸੀ ਜੋ ਕਿ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਹੈ। ਤਾਂ ਰਾਮ ਸਿੰਘ ਹਾਜਰੋ ਤੋਂ ਉਠਾ ਕੇ ਉਹ ਸਾਰਾ ਜੋ ਸੈਂਟਰ ਹੈ ਉਹ ਕਿੱਥੇ ਲਿਆਉਂਦੇ ਨੇ? ਆਪਣੇ ਪਿੰਡ ਭੈਣੀ ਲਿਆਉਂਦੇ ਨੇ। ਠੀਕ ਹੈ ਜੀ, ਤਾਂ ਇਹ ਹੋਈ ਕਿ ਹੈੱਡਕੁਆਟਰ ਆਫ ਨਾਮਧਾਰੀ ਫਰੋਮ ਹਾਜਰੋ ਟੂ ਹਿਜ਼ ਵਿਲੇਜ ਭੈਣੀ ਲੁਧਿਆਣਾ। ਤਾਂ ਕੁਐਸਚਨ ਆਉਂਦਾ ਹੈ, ਦੇਖੋ ਕਈ ਵਾਰ ਜੋ ਕਨਫਿਊਜ਼ਨ ਹੁੰਦੀ ਹੈ ਪੇਪਰ ਦੇ ਵਿੱਚ ਉਹ ਬਾਬਾ ਬਾਲਕ ਸਿੰਘ ਨਹੀਂ ਦਿੰਦੇ, ਉਹ ਸਿੱਧਾ ਹੀ ਫਾਊਂਡਰ ਕਿਸੇ ਨੂੰ ਕਹਿ ਦਿੰਦੇ ਨੇ ਬਾਬਾ ਰਾਮ ਸਿੰਘ। ਤਾਂ ਆਪਣੇ ਕਨਫਿਊਜ਼ ਨਹੀਂ ਹੋਣਾ। ਅਗਰ ਆਪਸ਼ਨ ਦੇ ਵਿੱਚ ਬਾਬਾ ਬਾਲਕ ਸਿੰਘ ਨਹੀਂ ਹੈ ਤਾਂ ਤੁਸੀਂ ਬਾਬਾ ਰਾਮ ਸਿੰਘ ਤੇ ਟਿਕ ਲਾ ਕੇ ਆਉਣਾ ਹੈ, ਤੇ ਇਹ ਤੁਹਾਡਾ ਆਨਸਰ ਬਿਲਕੁਲ ਸਹੀ ਹੋਏਗਾ। ਠੀਕ ਹੈ ਜੀ, ਤਾਂ ਓਰੀਜਨਲੀ ਜੋ ਨਾਮਧਾਰੀ ਮੂਵਮੈਂਟ ਸ਼ੁਰੂ ਕੀਤੀ ਸੀ ਉਹ ਬਾਬਾ ਬਾਲਕ ਸਿੰਘ ਨੇ, ਬਟ ਉਸ ਨੂੰ ਬਾਅਦ ਤੋਂ ਜੋ ਉਹਨੂੰ ਹਾਈ ਲੈਵਲ ਤੇ ਲੈ ਗਏ ਨੇਗੇ, ਬਹੁਤ ਜ਼ਿਆਦਾ ਫੇਮਸ ਕੀਤਾ ਉਹ ਬਾਬਾ ਰਾਮ ਸਿੰਘ ਦੇ ਟਾਈਮ ਹੋਈ ਸੀ। ਠੀਕ ਹੈ ਜੀ। ਤਾਂ ਨੈਕਸਟ ਦੇਖੋ, ਜੋ ਬਾਬਾ ਰਾਮ ਸਿੰਘ ਜੀ ਉਹ ਖੁਦ ਬਹੁਤ ਵੱਡੇ ਪ੍ਰੋਟੈਕਟਰ ਸੀ ਕਾਊਜ਼ ਦੇ। ਠੀਕ ਹੈ, ਉਹ ਗਾਵਾਂ ਦੀ ਰੱਖਿਆ ਕਰਦੇ ਸੀਗੇ। ਠੀਕ ਹੈ ਜੀ, ਤਾਂ ਇਸ ਚੱਕਰ ਦੇ ਵਿੱਚ ਜੋ ਗਾਵਾਂ ਨੂੰ ਰੱਖਿਆ ਕਰਨ ਦੇ ਲਈ ਜੋ ਉਹਨਾਂ ਦੇ ਫੋਲੋਅਰ ਸੀ ਉਹ ਵੀ ਬਹੁਤ ਜ਼ਿਆਦਾ ਕੱਟੜਪੰਥੀ ਹੋ ਗਏ ਸੀ। ਠੀਕ ਹੈ, ਗਾਵਾਂ ਨੂੰ ਬਚਾਉਣ ਦੇ ਲਈ ਉਹਨਾਂ ਨੇ ਕਈ ਵਾਰ ਜੋ ਆਪਾਂ ਕਹਿ ਸਕਦੇ ਹਾਂ ਕਸਾਈ ਸੀਗੇ ਉਹਨਾਂ ਦੇ ਘਰਾਂ ਦੇ ਉੱਤੇ, ਜੋ ਸਲਾਊਟਰ ਸੀਗੇ, ਠੀਕ ਹੈ ਜੀ, ਬੁੱਚਰ ਸੀਗੇ, ਸਲਾਊਟਰ ਹਾਊਸ ਸੀ, ਉਹਨਾਂ ਦੇ ਉੱਤੇ ਉਹਨਾਂ ਨੇ ਹਮਲਾ ਕਰਤਾ ਸੀ। ਜੋ ਬੁੱਚੜਖਾਨੇ ਸੀਗੇ ਉਹਨਾਂ ਉੱਤੇ ਹਮਲਾ ਕੀਤਾ, ਤੇ ਕਈ ਵਾਰ ਬਹੁਤ ਸਾਰੇ ਇਹਨਾਂ ਨੇ ਕਸਾਈ ਮਾਰੇ ਸੀ। ਫੋਰ ਐਗਜ਼ਾਮਪਲ 1870 ਦੇ ਵਿੱਚ
ਕੂਕੇ ਨੇ ਜੋ ਇੱਕ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ, ਠੀਕ ਹੈ, ਇੱਕ ਕਸਾਈਖਾਨੇ ਤੇ ਹਮਲਾ ਕੀਤਾ ਤੇ ਉਸ ਦੇ ਵਿੱਚ 4 ਕਸਾਈਆਂ ਨੂੰ ਮਾਰ ਦਿੱਤਾ ਸੀ। 4 ਬੱਚਰ ਸੀਗੇ ਜੋ ਬੁਚਰ ਸੀਗੇ ਉਹਨਾਂ ਨੂੰ ਮਾਰ ਦਿੱਤਾ ਸੀ ਤੇ 3 ਜੋ ਬੁਚਰ ਸੀਗੇ ਉਹ ਸੀਰੀਅਸਲੀ ਇੰਜਰਡ ਹੋ ਗਏ ਸੀਗੇ, ਠੀਕ ਹੈ, ਸੀਰੀਅਸਲੀ ਜ਼ਖਮੀ ਹੋ ਗਏ ਸੀਗੇ 4 ਜੋ ਕਸਾਈ ਸੀਗੇ। ਇਸੇ ਤਰ੍ਹਾਂ ਇਹਨਾਂ ਨੇ ਇੱਕ ਵਾਰ 15 ਜੁਲਾਈ 1871 ਨੂੰ 1871 ਨੂੰ ਇਹਨਾਂ ਨੇ ਰਾਏਕੋਟ ਲੁਧਿਆਣੇ ਦੇ ਵਿੱਚ ਵੀ, ਠੀਕ ਹੈ ਜੀ, ਕਸਾਈਆਂ ਤੇ ਹਮਲਾ ਕੀਤਾ ਸੀ ਤੇ ਉਸ ਦੇ ਵਿੱਚ ਉਹਨਾਂ ਨੇ 3 ਕਸਾਈਆਂ ਨੂੰ ਮਾਰਤਾ ਸੀ ਤੇ 9 ਕਸਾਈ ਬਹੁਤ ਜ਼ਿਆਦਾ ਸੀਰੀਅਸਲੀ ਇੰਜਰਡ ਹੋ ਗਏ ਸੀਗੇ, ਠੀਕ ਹੈ। ਤਾਂ ਇਸ ਚੀਜ਼ ਨੂੰ ਦੇਖਦੇ ਹੋਏ ਬਾਬਾ ਰਾਮ ਸਿੰਘ ਜੀ ਨੇ ਕੀ ਕਿਹਾ, ਬਾਬਾ ਰਾਮ ਸਿੰਘ ਜੀ ਨੇ ਹੋਰ ਜੋ ਲੋਹੜੀ ਦਾ ਫੈਸਟੀਵਲ ਮਨਾਇਆ ਸੀਗਾ ਤੇ ਉਸ ਟਾਈਮ 11 ਜਨਵਰੀ 1872 ਦੇ ਵਿੱਚ ਬਾਬਾ ਰਾਮ ਸਿੰਘ ਨੇ ਆਪਦੇ ਫੋਲੋਅਰਸ ਨੂੰ, ਠੀਕ ਹੈ ਜੀ, ਭੈਣੀ ਵਿਲੇਜ ਬੁਲਾਇਆ ਤੇ ਉਹਨਾਂ ਨੇ ਕਿਹਾ ਕਿ ਅੱਜ ਤੋਂ ਆਪਾਂ ਨੇ ਇਹ ਲੜਾਈ ਝਗੜਾ ਨਹੀਂ ਕਰਨਾ, ਆਪਾਂ ਨੇ ਸਿਰਫ ਪੀਸ, ਸ਼ਾਂਤੀ ਕਾਇਮ ਰੱਖਣੀ ਹੈ। ਬਟ ਉਹਨਾਂ ਦੇ ਕੁਝ ਫੋਲੋਅਰਸ, ਠੀਕ ਹੈ ਜੀ, ਪਹਿਲਾਂ ਤੋਂ ਸੋਚ ਕੇ ਆਏ ਸੀ ਕਿ ਅਸੀਂ ਮਲੇਰਕੋਟਲੇ ਜਾ ਕੇ ਕਸਾਈਆਂ ਨੂੰ ਮਾਰਨਾ ਹੈ, ਕੁਛ ਕਰਨਾ ਹੈ। ਤਾਂ ਉਹ ਕੀ ਕਰਦੇ ਨੇ, ਉਹ ਪ੍ਰੋਗਰਾਮ ਨੂੰ ਜੋ ਵੀ ਹੁੰਦਾ ਹੈ ਉਸ ਨੂੰ ਵਿੱਚ ਛੱਡ ਕੇ ਮਲੇਰਕੋਟਲੇ ਕੰਨੀ ਕੂਚ ਕਰ ਜਾਂਦੇ ਨੇ, ਠੀਕ ਹੈ। ਰਾਹ ਵਿੱਚ ਜਾਂਦੇ ਹੋਏ, ਮਲੇਰਕੋਟਲੇ ਨੂੰ ਜਾਂਦੇ ਹੋਏ, ਉਹ ਇੱਕ ਸਰਦਾਰ, ਠੀਕ ਹੈ ਜੀ, ਸਰਦਾਰ ਬਦਨ ਸਿੰਘ ਇਹਨਾਂ ਦੀ ਹਵੇਲੀ ਆਉਂਦੀ ਸੀ, ਕੋਠੀ ਆਉਂਦੀ ਸੀ, ਉਸ ਦੇ ਉੱਤੇ ਇਹ ਹਮਲਾ ਕਰ ਦਿੰਦੇ ਨੇ। ਕਿਸ ਦੇ ਲਈ? ਤਾਂ ਕਿ ਇਸ ਕੋਠੀ ਦੇ ਵਿੱਚ ਉਹ ਹਥਿਆਰ ਲੁੱਟ ਸਕਣ। ਪਰ ਬਦਲੇ ਵਿੱਚ ਕੀ ਹੁੰਦਾ ਹੈ, ਇੱਕ ਸਰਦਾਰ ਬਦਨ ਸਿੰਘ ਦੇ ਜੋ, ਠੀਕ ਹੈ, ਬੰਦੇ ਹੁੰਦੇ ਨੇ, ਜੋ ਮੈਨ ਹੁੰਦੇ ਨੇ, ਉਹ ਉਹਨਾਂ ਤੇ ਵਾਪਸ ਅਟੈਕ ਕਰਦੇ ਨੇ, ਜਿਸ ਕਰਕੇ ਉਸ ਸਰਦਾਰ ਬਦਨ ਸਿੰਘ ਦੇ ਵੀ ਕੁਝ ਬੰਦੇ ਮਾਰੇ ਜਾਂਦੇ ਨੇ ਤੇ ਕੁਝ ਕੂਕੇ ਵੀ ਮਾਰੇ ਜਾਂਦੇ ਨੇਗੇ, ਠੀਕ ਹੈ। ਤੇ ਇਸ ਚੀਜ਼ ਨੂੰ ਦੇਖਦੇ ਹੋਏ ਜੋ ਲੁਧਿਆਣੇ ਦਾ ਡਿਪਟੀ ਕਮਿਸ਼ਨਰ ਸੀ ਐਲ ਕੋਆਨ, ਠੀਕ ਹੈ, ਐਲ ਕੋਆਨ, ਉਹ ਕਿੱਥੇ ਆਉਂਦਾ ਹੈ, ਉਹ ਮਲੇਰਕੋਟਲੇ ਆਉਂਦਾ ਹੈ, ਠੀਕ ਹੈ, ਮਲੇਰਕੋਟਲੇ ਆਉਂਦਾ ਹੈ ਤੇ ਉਹ 17 ਜਨਵਰੀ ਨੂੰ, ਠੀਕ ਹੈ, 17 ਜਨਵਰੀ ਨੂੰ ਵਿਦਆਊਟ ਕਿਸੇ ਟਰਾਇਲ, ਕੋਈ ਵੀ ਪੇਸ਼ੀ, ਕੁਛ ਵੀ ਸੁਣੇ ਬਗੈਰ ਉਹ ਕੀ ਕਰਦਾ ਹੈ, ਉਹ 66 ਕੂਕੇ, ਠੀਕ ਹੈ, 66 ਕੂਕਿਆਂ ਨੂੰ ਕੀ ਕਰਦਾ ਹੈ, ਤੋਪਾਂ ਨਾਲ ਉਡਾ ਦਿੰਦਾ ਹੈ, ਠੀਕ ਹੈ। 66 ਕੂਕਿਆਂ ਨੂੰ ਤੋਪਾਂ ਨਾਲ ਉਡਾ ਦਿੰਦਾ ਹੈ ਮਲੇਰਕੋਟਲੇ ਵਿੱਚ। ਤਾਂ ਕੁਐਸਚਨ ਹੁੰਦਾ ਹੈ ਕਿ ਕੂਕਿਆਂ ਨੂੰ ਤੋਪਾਂ ਨਾਲ ਕਿੱਥੇ ਉਡਾਇਆ ਗਿਆ ਸੀ? ਤਾਂ ਆਨਸਰ ਕੀ ਹੈ, ਮਲੇਰਕੋਟਲੇ ਵਿੱਚ, ਠੀਕ ਹੈ, ਮਲੇਰਕੋਟਲੇ ਵਿੱਚ ਇਸ ਨੂੰ ਉਡਾਇਆ ਗਿਆ ਸੀ। ਕਿਸ ਨੇ ਉਡਾਇਆ ਸੀਗਾ? ਡਿਪਟੀ ਕਮਿਸ਼ਨਰ ਆਫ ਲੁਧਿਆਣਾ, ਕੀ ਨਾਮ ਸੀ? ਐਲ ਕੋਆਨ, ਠੀਕ ਹੈ। ਐਲ ਕੋਆਨ ਨੇ 17 ਜਨਵਰੀ 1872 ਦੇ ਵਿੱਚ ਇਸ ਨੂੰ ਉਡਾਇਆ ਸੀ, ਠੀਕ ਹੈ ਜੀ। ਇਹ ਸੀਗਾ। ਤੇ ਨੈਕਸਟ, ਉਸ ਤੋਂ ਬਾਅਦ ਜੋ 66 ਕੂਕੇ ਮਾਰੇ, ਉਸ ਤੋਂ ਬਾਅਦ ਜੋ ਡਿਪਟੀ, ਜੋ ਕਮਿਸ਼ਨਰ ਸੀਗਾ ਅੰਬਾਲਾ ਡਿਵੀਜ਼ਨ ਦਾ, ਕਮਿਸ਼ਨਰ ਸੀਗਾ ਅੰਬਾਲਾ ਡਿਵੀਜ਼ਨ ਦਾ ਫੋਰਸਿਥ, ਠੀਕ ਹੈ, ਫੋਰਸਿਥ, ਇਹ ਮਲੇਰਕੋਟਲੇ ਆਉਂਦੇ ਜੋ ਬਚੇ ਹੋਏ 11 ਕੂਕੇ ਸੀ ਉਹਨਾਂ ਨੂੰ ਵੀ ਕੀ ਕਰਦਾ ਹੈ, ਤੋਪਾਂ ਨਾਲ ਉਡਾ ਦਿੰਦਾ ਹੈ। ਤਾਂ ਇਸ ਤਰ੍ਹਾਂ ਇੱਕ ਤਰ੍ਹਾਂ ਨਾਲ ਮੈਸਾਕਰ ਹੋਇਆ ਸੀਗਾ, ਠੀਕ ਹੈ ਜੀ। ਕੂਕਿਆਂ ਨੂੰ ਬਿਨਾਂ ਕਿਸੇ ਗੱਲ ਸੁਣੇ, ਕੁਛ ਟਰਾਇਲ ਕੀਤੇ ਬਗੈਰ, ਕੁਛ, ਠੀਕ ਹੈ ਜੀ, ਪੇਸ਼ੀ ਤੋਂ ਬਗੈਰ ਹੀ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀਗਾ, ਠੀਕ। ਇਸ ਤੋਂ ਬਾਅਦ ਉਹ ਕੀ ਕਰਦੇ ਨੇ, ਬਾਬਾ ਰਾਮ ਸਿੰਘ ਜੀ ਦੇ ਉੱਤੇ ਟਰਾਇਲ ਚਲਾਉਂਦੇ ਨੇ ਤੇ ਉਹਨਾਂ ਨੂੰ ਪਕੜ ਕੇ ਇਲਾਹਾਬਾਦ ਜੇਲ੍ਹ ਦੇ ਵਿੱਚ ਪਹਿਲੀ ਕੈਦ ਕਰ ਦਿੰਦੇ ਨੇ। ਉਸ ਤੋਂ ਕੁਛ ਟਾਈਮ ਬਾਅਦ ਉਹ ਉਹਨਾਂ ਨੂੰ ਰੰਗੂਨ ਭੇਜ ਦਿੰਦੇ ਨੇ, ਠੀਕ ਹੈ। ਤੇ ਜਿੱਥੇ ਉਹ 29 ਨਵੰਬਰ 1884 ਵਿੱਚ ਸਵਰਗ ਸਿਧਾਰ ਜਾਂਦੇ ਨੇ, ਉਹਨਾਂ ਦੀ ਡੈਥ ਹੋ ਜਾਂਦੀ ਹੈ, ਠੀਕ ਹੈ। ਤੇ ਜੋ ਇਹਨਾਂ ਦੇ ਨਾਮ ਧਰੇ 2 ਮੇਨ ਸੈਂਟਰ ਨੇ, ਇੱਕ ਤਾਂ ਹੈ ਭੈਣੀ ਵਿਲੇਜ ਲੁਧਿਆਣੇ ਵਿੱਚ, ਦੂਸਰਾ ਹੈ ਜੀਵਨ ਨਗਰ ਸਿਰਸਾ ਦੇ ਵਿੱਚ, ਹਿਸਾਰ ਹਰਿਆਣੇ ਦੇ ਵਿੱਚ, ਠੀਕ ਹੈ ਜੀ। ਪੰਜਾਬ ਦੇ ਵਿੱਚ ਕਿੱਥੇ ਹੈ? ਭੈਣੀ ਵਿਲੇਜ ਲੁਧਿਆਣੇ ਦੇ ਵਿੱਚ, ਤੇ ਹਰਿਆਣੇ ਦੇ ਵਿੱਚ ਕਿੱਥੇ ਹੈ? ਜੀਵਨ ਨਗਰ, ਕਿੱਥੇ? ਸਿਰਸਾ ਦੇ ਵਿੱਚ, ਹਿਸਾਰ ਏਰੀਆ ਦੇ ਵਿੱਚ, ਠੀਕ ਹੈ ਜੀ। ਕੂਕਿਆਂ ਦੇ, ਠੀਕ ਹੈ, 3 ਜਰਨਲ ਸੀ, ਕਿਹੜੇ? ਨਵਾਂ ਹਿੰਦੁਸਤਾਨ, ਸੱਚਾ ਮਾਰਗ ਤੇ ਸਤਯੁਗ, ਠੀਕ ਹੈ। ਇਹ 3 ਅਖਬਾਰ ਕਹਿ ਸਕਦੇ ਹੋ, 3 ਮੈਗਜ਼ੀਨ ਟਾਈਪ ਇਹਨਾਂ ਨੇ ਚਲਾਈਆਂ ਸੀਗੀਆਂ। ਕਿਹਨਾਂ ਨੇ? ਨਾਮਧਾਰੀ ਮੂਵਮੈਂਟ ਵਾਲੇ ਤੇ ਕੂਕੇਸ ਨੇ, ਠੀਕ ਹੈ। ਤਾਂ ਕੀ ਨਾਮ ਹੈ ਉਸਦਾ? ਨਵਾਂ ਹਿੰਦੁਸਤਾਨ, ਸੱਚਾ ਮਾਰਗ ਤੇ ਸਤਯੁਗ। ਇਹ 3 ਕਿਸ ਦੇ ਨੇ? ਕੂਕਾਜ਼ ਨੇ ਚਲਾਏ ਸੀ। ਤੇ ਇਹ ਸਾਰਾ ਕੂਕਿਆਂ ਬਾਰੇ। ਨੈਕਸਟ ਆਉਂਦੀ ਹੈ ਸਿੰਘ ਸਭਾ ਮੂਵਮੈਂਟ, ਠੀਕ ਹੈ। ਸਿੰਘ ਸਭਾ ਮੂਵਮੈਂਟ, ਦੇਖੋ, ਜਦੋਂ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਨੈਕਸਟ ਕਰ ਲਿਆ ਸੀ, ਆਪਣੇ ਅੰਡਰ ਕਰ ਲਿਆ ਸੀ, ਤਾਂ ਉਹਨਾਂ ਨੇ ਪਹਿਲਾਂ ਕੰਮ ਕੀ ਕੀਤਾ? ਉਹਨਾਂ ਨੇ ਜੋ ਸਿੱਖ ਸੀਗੇ ਉਹਨਾਂ ਦਾ ਧਰਮ ਪਰਿਵਰਤਨ ਕਰਨਾ ਸ਼ੁਰੂ ਕਰਤਾ ਸੀ, ਉਹਨਾਂ ਨੂੰ ਕ੍ਰਿਸਚੀਅਨ ਬਣਾਉਣਾ ਸ਼ੁਰੂ ਕਰਦਾ ਸੀ। ਤੇ ਉਸ ਵਿੱਚ ਜੋ ਸਭ ਤੋਂ ਵੱਡਾ ਨਾਮ ਜਿਸ ਨੂੰ ਕ੍ਰਿਸਚੀਅਨ ਬਣਾਇਆ ਗਿਆ ਸੀ, ਉਹ ਕੌਣ ਸੀਗੇ? ਪੰਜਾਬ ਦੇ ਲਾਸਟ ਮਹਾਰਾਜਾ ਦਲੀਪ ਸਿੰਘ, ਠੀਕ ਹੈ। ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਕ੍ਰਿਸਚੀਅਨ ਬਣਾ ਦਿੱਤਾ ਗਿਆ, ਤਾਂ ਇਸ ਚੀਜ਼ ਨੂੰ ਦੇਖਦੇ ਹੋਏ ਜੋ ਬਾਕੀ ਸਿੰਘ ਸੀਗੇ ਉਹ ਫਿਕਰ ਵਿੱਚ ਆ ਗਏ ਕਿ ਇਸ ਅੰਗਰੇਜ਼ ਤਾਂ ਸਾਡੇ ਸਿੱਖ ਧਰਮ ਨੂੰ ਖਤਮ ਕਰ ਰਹੇ ਨੇ, ਕ੍ਰਿਸਚਨੈਲਿਟੀ ਨੂੰ ਜ਼ਿਆਦਾ, ਠੀਕ ਹੈ, ਵਧਾ ਰਹੇ ਨੇਗੇ, ਸਾਡੇ ਸਿੱਖਾਂ ਨੂੰ ਕ੍ਰਿਸਚੀਅਨ ਬਣਾਉਂਦੇ ਜਾ ਰਹੇ ਨੇ। ਤਾਂ ਇਸ ਚੀਜ਼ ਨੂੰ ਦੇਖਦੇ ਹੋਏ ਜੁਲਾਈ 1873 ਦੇ ਵਿੱਚ ਇੱਕ ਮੀਟਿੰਗ ਕੀਤੀ ਜਾਂਦੀ ਹੈ, ਕਿੱਥੇ? ਅੰਮ੍ਰਿਤਸਰ ਦੇ ਵਿੱਚ। ਤੇ ਉੱਥੇ ਇੱਕ ਮਤਾ ਪਾਸ ਕਰਾਇਆ ਜਾਂਦਾ ਹੈ ਕਿ ਇੱਕ ਐਸੋਸੀਏਸ਼ਨ ਬਣਾਉਣ ਦੇ ਲਈ, ਜਿਸ ਦਾ ਨਾਮ ਕੀ ਰੱਖਿਆ ਜਾਏਗਾ? ਸ਼੍ਰੀ ਗੁਰੂ
ਸਿੰਘ ਸਭਾ, ਠੀਕ ਹੈ। ਇੱਕ ਐਸੋਸੀਏਸ਼ਨ ਇੱਕ ਬਣਾਉਣ ਦਾ ਜਿਹਦਾ ਨਾਮ ਸ਼੍ਰੀ ਗੁਰੂ ਸਿੰਘ ਸਭਾ ਰੱਖਿਆ ਜਾਵੇਗਾ, ਉਸ ਨੂੰ ਬਣਾਉਣ ਦਾ ਮਤਾ ਪਾਸ ਕੀਤਾ ਜਾਂਦਾ ਹੈ ਜੁਲਾਈ 1873 ਵਿੱਚ ਅੰਮ੍ਰਿਤਸਰ ਦੇ ਵਿੱਚ। ਤਾਂ ਇਸ, ਠੀਕ ਹੈ, ਇਸ ਐਸੋਸੀਏਸ਼ਨ ਦੀ ਇੱਕ ਫਸਟ ਮੀਟਿੰਗ ਹੁੰਦੀ ਹੈ। ਫਸਟ ਮੀਟਿੰਗ ਇਸ ਐਸੋਸੀਏਸ਼ਨ ਦੀ ਹੁੰਦੀ ਹੈ, ਉਹ ਕਿੱਥੇ ਹੁੰਦੀ ਹੈ? 1 ਅਕਤੂਬਰ 1873 ਵਿੱਚ ਹੁੰਦੀ ਹੈ, ਇਨ ਦਾ ਫਰੰਟ ਆਫ ਅਕਾਲ ਤਖਤ, ਠੀਕ ਹੈ। ਆਪਣੇ 5 ਤਖਤਾਂ ਵਿੱਚੋਂ ਇੱਕ ਤਖਤ ਹੈ ਅਕਾਲ ਤਖਤ, ਉਸ ਦੇ ਸਾਹਮਣੇ 1 ਅਕਤੂਬਰ 1873 ਵਿੱਚ ਇਸ ਦੀ ਪਹਿਲੀ ਮੀਟਿੰਗ ਹੁੰਦੀ ਹੈ ਸ਼੍ਰੀ ਗੁਰੂ ਸਿੰਘ ਸਭਾ, ਠੀਕ ਹੈ। ਇਸ ਮੀਟਿੰਗ ਦੇ ਵਿੱਚ ਕੀ ਕੀਤਾ ਜਾਂਦਾ ਹੈ? ਇਸ ਮੀਟਿੰਗ ਦੇ ਵਿੱਚ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਨੂੰ ਉਸ ਮੀਟਿੰਗ, ਇਸ ਜੋ ਵੀ ਸੁਸਾਇਟੀ ਹੈ, ਠੀਕ ਹੈ, ਜੋ ਐਸੋਸੀਏਸ਼ਨ ਹੈ, ਉਸ ਦਾ ਚੇਅਰਮੈਨ ਬਣਾਇਆ ਜਾਂਦਾ ਹੈ, ਤੇ ਗਿਆਨੀ ਗਿਆਨ ਸਿੰਘ ਜੀ ਨੂੰ ਇਸ ਦਾ ਸੈਕਟਰੀ ਬਣਾਇਆ ਜਾਂਦਾ ਹੈ, ਠੀਕ ਹੈ। ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਨੂੰ ਇਸ ਦਾ ਚੇਅਰਮੈਨ ਬਣਾਇਆ ਜਾਂਦਾ ਹੈ ਤੇ ਗਿਆਨੀ ਗਿਆਨ ਸਿੰਘ ਨੂੰ ਇਸ ਦਾ ਸੈਕਟਰੀ ਬਣਾਇਆ ਜਾਂਦਾ ਹੈ, ਠੀਕ ਹੈ। ਤਾਂ ਕੁਐਸਚਨ ਆਉਂਦਾ ਕਿ ਸਿੰਘ ਸਭਾ ਮੂਵਮੈਂਟ ਦੇ ਪਹਿਲੇ, ਜੋ ਕਹਿੰਦੇ ਸ਼੍ਰੀ ਗੁਰੂ ਸਿੰਘ ਸਭਾ ਐਸੋਸੀਏਸ਼ਨ ਦੇ ਪਹਿਲੇ ਚੇਅਰਮੈਨ ਕੌਣ ਸੀਗੇ? ਸਰਦਾਰ ਠਾਕੁਰ ਸਿੰਘ ਸੰਧਾਵਾਲੀਆ, ਠੀਕ ਹੈ। ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਇਸ ਦੇ ਪਹਿਲੇ ਚੇਅਰਮੈਨ ਸੀਗੇ। ਨੈਕਸਟ, ਹੁਣ ਇਹਨਾਂ ਦੀ ਦੇਖਾ ਦੇਖੀ ਕਿ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਦੇ ਵਿੱਚ ਬਣੀ ਹੈ, ਤੇ ਇਸ ਨੂੰ ਦੇਖਦੇ ਦੇਖਦੇ ਇਸੇ ਤਰ੍ਹਾਂ ਦੀਆਂ ਸੇਮ ਐਸੋਸੀਏਸ਼ਨਾਂ ਪੰਜਾਬ ਦੇ ਹੋਰ ਏਰੀਆਸ ਦੇ ਵਿੱਚ ਵੀ ਬਣਨ ਲੱਗ ਗਈਆਂ, ਤੇ ਜਿਸ ਦੇ ਵਿੱਚ ਦੂਸਰਾ ਸਭ ਤੋਂ ਇੰਪੋਰਟੈਂਟ ਨਾਮ ਕੀ ਹੈ? ਅੰਮ੍ਰਿਤਸਰ ਦੀ, ਠੀਕ ਹੈ। ਸਿੰਘ ਸਭਾ ਅੰਮ੍ਰਿਤਸਰ ਤੋਂ ਬਾਅਦ ਜੋ ਦੂਸਰਾ ਨਾਮ ਹੈ ਉਹ ਕਿਹੜਾ ਹੈ? ਸਿੰਘ ਸਭਾ ਲਾਹੌਰ, ਠੀਕ ਹੈ। ਨਵੰਬਰ 1879 ਦੇ ਵਿੱਚ ਪ੍ਰੋਫੈਸਰ ਗੁਰਮੁਖ ਸਿੰਘ ਲਾਹੌਰ ਦੇ ਵਿੱਚ ਇੱਕ ਐਸੋਸੀਏਸ਼ਨ ਬਣਾਉਂਦੇ ਨੇ, ਜਿਸ ਦਾ ਨਾਮ ਕੀ ਰੱਖਿਆ ਜਾਂਦਾ ਹੈ? ਸਿੰਘ ਸਭਾ, ਠੀਕ ਹੈ, ਐਸੋਸੀਏਸ਼ਨ, ਜੋ ਕਿ ਲਾਹੌਰ ਦੇ ਨਾਮ ਨਾਲ ਮਸ਼ਹੂਰ ਸੀ। ਤੇ ਇਸ ਨੂੰ ਉਹ ਅੰਮ੍ਰਿਤਸਰ ਦੀ ਸਿੰਘ ਸਭਾ ਦੇ ਅੰਡਰ, ਠੀਕ ਹੈ, ਉਸ ਦੇ ਥੱਲੇ, ਉਸ ਦੇ ਆਪਾਂ ਕਹਿ ਸਕਦੇ ਅੰਡਰ ਕੰਮ ਕਰਨ ਦੇ ਰੱਖਦੇ ਨੇ, ਤੇ ਉਹਨਾਂ ਤੋਂ ਇਹ ਮਤਾ ਪਾਸ ਕਰਵਾਉਂਦੇ ਨੇ, ਠੀਕ। ਅਪ੍ਰੈਲ 1880 ਦੇ ਵਿੱਚ, ਠੀਕ ਹੈ, ਅਪ੍ਰੈਲ 1880 ਦੇ ਵਿੱਚ ਜੋ ਸਿੰਘ ਸਭਾ ਅੰਮ੍ਰਿਤਸਰ ਹੈ, ਸਿੰਘ ਸਭਾ ਅੰਮ੍ਰਿਤਸਰ ਉਹ ਇੱਕ ਸੈਂਟਰਲ ਬੋਡੀ ਬਣ ਜਾਂਦੀ ਹੈ, ਯਾਨੀ ਕਿ ਇੱਕ ਮੇਨ ਕੇਂਦਰ ਬਣ ਜਾਂਦਾ ਹੈ ਬਾਕੀ ਸਾਰੀਆਂ ਸਿੰਘ ਸਭਾ ਦੇ ਲਈ, ਜੋ ਕਿ ਜਿੰਨੀਆਂ ਵੀ ਜੋ ਉਹਨਾਂ ਨੇ ਕੋਈ ਮਤਾ ਪਾਸ ਕਰਾਉਣਾ, ਕੁਛ ਵੀ ਮੀਟਿੰਗ ਕਰਨਾ, ਕਿੱਥੇ ਆ ਕੇ ਹੁੰਦੀ ਸੀ? ਉਹ ਸਿੰਘ ਸਭਾ ਅੰਮ੍ਰਿਤਸਰ ਦੇ ਵਿੱਚ, ਯਾਨੀ ਕਿ ਇੱਕ ਮੇਨ ਹੈੱਡਕੁਆਟਰ ਕੀ ਬਣ ਗਿਆ ਸੀ ਸਿੰਘ ਸਭਾ ਦਾ, ਉਹ ਅੰਮ੍ਰਿਤਸਰ ਵਿੱਚ ਬਣ ਗਿਆ ਸੀ। ਤਾਂ ਇਸ ਕਰਕੇ ਇਸ ਨੂੰ ਸੈਂਟਰਲ ਬੋਡੀ ਬਣਨ ਤੋਂ ਬਾਅਦ ਇਸਦਾ ਨਾਮ ਸਿੰਘ ਸਭਾ ਤੋਂ ਚੇਂਜ ਕਰਕੇ ਕੀ ਰੱਖ ਦਿੱਤਾ ਗਿਆ? ਖਾਲਸਾ ਦੀਵਾਨ ਅੰਮ੍ਰਿਤਸਰ ਰੱਖ ਦਿੱਤਾ ਗਿਆ। ਤਾਂ ਕੁਐਸਚਨ ਆਉਂਦਾ ਹੈ ਕਿ ਸਿੰਘ ਸਭਾ ਅੰਮ੍ਰਿਤਸਰ ਦਾ ਨਾਮ ਚੇਂਜ ਹੋ ਕੇ ਖਾਲਸਾ ਦੀਵਾਨ ਅੰਮ੍ਰਿਤਸਰ ਕਦੋਂ ਪਿਆ? ਤਾਂ ਉਹ ਪਿਆ ਹੈ ਅਪ੍ਰੈਲ 1880 ਦੇ ਵਿੱਚ, ਠੀਕ ਹੈ, ਅਪ੍ਰੈਲ 1880 ਦੇ ਵਿੱਚ। ਉਸ ਤੋਂ ਬਾਅਦ ਦੇਖੋ 1880 ਦੇ ਵਿੱਚ ਖਾਲਸਾ ਦੀਵਾਨ ਅੰਮ੍ਰਿਤਸਰ ਤਾਂ ਹੋ ਗਿਆ। ਉਸ ਤੋਂ ਬਾਅਦ ਇਹਨਾਂ ਨੇ ਕੁਝ ਆਬਜੈਕਟਿਵਸ ਰੱਖੇ ਸੀ, ਆਪਾਂ ਅੱਗੇ ਜਾ ਕੇ ਡਿਸਕਸ ਕਰਾਂਗੇ, ਠੀਕ ਹੈ। ਉਹਨਾਂ ਆਬਜੈਕਟਿਵਸ ਤੋਂ ਬਾਅਦ ਇਹਨਾਂ ਦੇ ਜੋ ਸੋਚ ਦੇ ਵਿੱਚ, ਇਹਨਾਂ ਦੀ ਆਈਡੀਆਜ਼ ਦੇ ਵਿੱਚ ਕੁਝ ਮਤਭੇਦ ਹੋਣ ਲੱਗ ਗਏ, ਠੀਕ ਹੈ। ਮਤਭੇਦ ਹੋਣ ਦੇ ਕਾਰਨ ਪ੍ਰੋਫੈਸਰ ਗੁਰਮੁਖ ਸਿੰਘ ਤੇ ਭਾਈ ਦਿੱਤ ਸਿੰਘ ਨੇ ਆਪਣੀ ਅਲੱਗ ਤੋਂ ਜੋ ਸਿੰਘ ਸਭਾ ਲਾਹੌਰ ਸੀ ਉਸ ਨੂੰ ਸਿੰਘ ਸਭਾ ਅੰਮ੍ਰਿਤਸਰ ਤੋਂ ਅਲੱਗ ਕਰ ਲਿਆ, ਤੇ ਉਸ ਦਾ ਨਾਮ ਹੁਣ ਬਦਲ ਕੇ ਕੀ ਰੱਖਤਾ? ਖਾਲਸਾ ਦੀਵਾਨ ਲਾਹੌਰ ਰੱਖ ਦਿੱਤਾ ਗਿਆ, ਠੀਕ ਹੈ। ਖਾਲਸਾ ਦੀਵਾਨ ਅੰਮ੍ਰਿਤਸਰ ਤੋਂ ਅਲੱਗ ਕਰਕੇ ਸਿੰਘ ਸਭਾ ਲਾਹੌਰ ਦਾ ਨਾਮ ਕੀ ਰੱਖ ਦਿੱਤਾ ਗਿਆ? ਖਾਲਸਾ ਦੀਵਾਨ ਲਾਹੌਰ। ਤੋਂ ਕਿਦੋਂ ਬਣਦੀ ਹੈ? 1886 ਦੇ ਵਿੱਚ। ਇਸ ਤੋਂ ਬਾਅਦ ਜਦੋਂ ਪ੍ਰੋਫੈਸਰ ਗੁਰਮੁਖ ਸਿੰਘ ਦੀ ਡੈਥ ਹੁੰਦੀ ਹੈ 1898 ਵਿੱਚ, ਤੇ ਉਹਨਾਂ ਤੋਂ 3 ਸਾਲ ਬਾਅਦ ਭਾਈ ਦਿੱਤ ਸਿੰਘ ਦੀ ਡੈਥ ਹੋ ਜਾਂਦੀ ਹੈ 1901। ਤਾਂ ਜੋ ਲਾਹੌਰ ਦੀਵਾਨ ਸੀ, ਠੀਕ ਹੈ, ਜੋ ਲਾਹੌਰ ਖਾਲਸਾ ਦੀਵਾਨ ਸੀ, ਉਸ ਨੂੰ ਹੁਣ ਅੱਗੇ ਲੀਡ ਕਰਨ ਵਾਲਾ ਕੋਈ ਲੀਡਰ ਨਹੀਂ ਬਚਦਾ, ਤਾਂ ਇਸ ਦੀ ਜਗ੍ਹਾ ਕੌਣ ਲੈ ਲੈਂਦਾ ਹੈ? ਯਾਨੀ ਕਿ ਲਾਹੌਰ ਦੀ ਜੋ ਖਾਲਸਾ ਦੀਵਾਨ ਲਾਹੌਰ ਹੈ ਉਸ ਨੂੰ ਮਰਜ ਕਰ ਦਿੱਤਾ ਜਾਂਦਾ ਹੈ ਕਿਸ ਦੇ ਨਾਲ? ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਦੇ ਨਾਲ, ਠੀਕ ਹੈ। ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਦੇ ਵਿੱਚ ਇਸ ਨੂੰ ਮਰਜ ਕਰ ਦਿੱਤਾ ਜਾਂਦਾ ਹੈ, ਠੀਕ ਹੈ। ਇਹ ਸੀਗੇ। ਉਸ ਤੋਂ ਬਾਅਦ ਹੁਣ ਇਸਦੇ ਆਬਜੈਕਟਿਵਸ ਕੀ ਸੀ? ਸਿੰਘ ਸਭਾ ਮੂਵਮੈਂਟ ਦੇ ਆਬਜੈਕਟਿਵ ਕੀ ਸੀ? ਪਹਿਲਾ ਆਬਜੈਕਟਿਵ ਸੀ ਟੂ ਪ੍ਰੋਪੋਗੇਟ ਦਾ ਟਰੂ ਸਿੱਖ ਰਿਲੀਜਨ, ਠੀਕ ਹੈ। ਜੋ ਅਸਲੀ ਸਿੱਖ ਧਰਮ ਸੀ ਉਸ ਨੂੰ ਵਧਾਉਣਾ, ਤੇ ਜੋ ਸਿੱਖ ਧਰਮ ਦਾ ਪਹਿਲੀ ਸ਼ਾਨੋ ਸ਼ੌਕਤ ਸੀ ਉਸ ਨੂੰ ਵਾਪਸ ਲੈ ਕੇ ਆਉਣਾ, ਠੀਕ ਹੈ। ਸਿੱਖ ਧਰਮ ਨੂੰ ਪੰਜਾਬ ਦੇ ਸਾਰੇ ਹਿੱਸਿਆਂ ਦੇ ਵਿੱਚ ਵਧਾਉਣਾ ਜਿਵੇਂ ਉਹ ਪਹਿਲੀ ਦਿਨ ਤਰ੍ਹਾਂ ਸੀ, ਤੇ ਸਿੱਖ ਧਰਮ ਦੀ ਪਹਿਲਾਂ ਦੀ ਤਰ੍ਹਾਂ ਨਾਲ ਉਸ ਦੀ ਗਲੋਰੀ ਨੂੰ, ਉਸਦੇ, ਠੀਕ ਹੈ, ਜੋ ਚਾਮ ਸੀਗਾ ਉਸ ਨੂੰ ਵਾਪਸ ਲੈ ਕੇ ਆਉਣਾ। ਇਹ ਇਸਦਾ ਪਹਿਲਾ ਆਬਜੈਕਟਿਵ ਸੀ। ਦੂਸਰਾ ਆਬਜੈਕਟਿਵ ਕੀ ਸੀ ਕਿ, ਠੀਕ ਹੈ, ਸਿੱਖ ਧਰਮ ਦੇ ਨਾਲ ਜੋ ਉਹਨਾਂ ਦੀਆਂ ਇਤਿਹਾਸਿਕ ਤੇ ਧਾਰਮਿਕ ਬੁੱਕਸ ਸੀਗੀਆਂ, ਕਿਤਾਬਾਂ ਸੀ, ਉਹਨਾਂ ਨੂੰ ਪਬਲਿਸ਼ ਕੀਤਾ ਜਾਵੇ ਤੇ ਉਹਨਾਂ ਨੂੰ ਵੰਡਿਆ ਜਾਵੇ, ਤਾਂ ਕਿ ਬੁੱਕਸ ਦੇ ਨਾਲ ਜੋ ਪੰਜਾਬ ਦੇ ਦੇਸ਼ ਦੇ ਹਰ ਇੱਕ ਹਿੱਸੇ ਦੇ ਵਿੱਚ, ਠੀਕ ਹੈ, ਸਿੱਖ ਧਰਮ ਨੂੰ ਪਹੁੰਚਾਇਆ ਜਾ ਸਕੇ। ਇਸ ਦਾ ਦੂਸਰਾ ਮੰਤਵ ਸੀ। ਦੂਸਰਾ, ਟੂ ਪ੍ਰਮੋਟ ਦਾ ਸਟੱਡੀ ਆਫ ਮਾਡਰਨ ਨੌਲੇਜ, ਠੀਕ ਹੈ, ਅੱਜ ਦੇ ਜੋ ਮਾਡਰਨ ਜ਼ਮਾਨੇ ਦੀ ਸੀਗੀ ਸਟੱਡੀ ਸੀ, ਪੜ੍ਹਾਈ ਸੀ, ਉਸ ਨੂੰ ਪ੍ਰਮੋਟ ਕਰਨਾ, ਬਟ ਇਨ ਦਾ ਮੀਡੀਅਮ ਆਫ ਪੰਜਾਬੀ, ਪਰ ਪੰਜਾਬੀ ਭਾਸ਼ਾ ਦੇ ਵਿੱਚ ਉਸ ਸਟੱਡੀ ਨੂੰ ਕਰਵਾਉਣਾ, ਠੀਕ ਹੈ, ਇਸ ਦਾ ਸੀ। ਤੇ ਇਸ ਮੰਤਵ ਦੇ ਲਈ ਉਹਨਾਂ ਨੇ ਮੈਗਜ਼ੀਨਸ ਵਗੈਰਾ, ਨਿਊਜ਼ਪੇਪਰ ਸਟਾਰਟ ਕੀਤੇ ਪੰਜਾਬੀ ਭਾਸ਼ਾ ਦੇ ਵਿੱਚ। ਇਸੇ ਮੰਤਵ ਦੇ ਅੰਡਰ 1892 ਦੇ ਵਿੱਚ ਅੰਮ੍ਰਿਤਸਰ ਵਿੱਚ ਕੀ ਬਣਾਇਆ ਜਾਂਦਾ ਹੈ? ਖਾਲਸਾ ਕਾਲਜ, ਠੀਕ ਹੈ। ਤਾਂ ਕੁਐਸਚਨ ਆਉਂਦਾ ਹੈ ਖਾਲਸਾ ਕਾਲਜ ਅੰਮ੍ਰਿਤਸਰ ਕਦੋਂ ਬਣਿਆ ਸੀ? ਤਾਂ ਉਹ ਬਣਿਆ ਸੀਗਾ 1892 ਦੇ ਵਿੱਚ। 1892 ਦੇ ਵਿੱਚ
ਇਹ ਕਾਲਜ ਬਣਿਆ ਸੀ। ਠੀਕ ਹੈ ਜੀ। ਤਾਂ ਹੁਣ ਇਸਦੀਆਂ ਜੋ ਮੇਨ ਅਚੀਵਮੈਂਟ ਸੀ, ਠੀਕ ਹੈ, ਸਿੰਘ ਸਭਾ ਨੇ ਜੋ ਮੂਵਮੈਂਟ ਦੇ ਅੰਡਰ ਜੋ ਮੇਨ ਅਚੀਵਮੈਂਟ ਕੀਤੀਆਂ ਗਈਆਂ ਉਹ ਕੀ ਸੀ। ਪਹਿਲਾਂ ਇਹਨਾਂ ਨੇ ਬਹੁਤ ਸਾਰੇ ਪਰਿਵਾਰ ਸੀ, ਜੋ ਬਹੁਤ ਸਾਰੇ ਲੋਕ ਸੀ, ਉਹਨਾਂ ਨੂੰ ਕਨਵਰਟ ਕਰ ਦਿੱਤਾ, ਠੀਕ ਹੈ, ਸਿੱਖ ਧਰਮ ਦੇ ਵਿੱਚ। ਇਸ ਵਿੱਚ ਮੇਨਲੀ ਮੁਸਲਿਮ ਫੈਮਿਲੀ ਵੀ ਸੀ ਜੋ 6 ਬੰਦਿਆਂ ਦੀ ਸੀ, ਠੀਕ ਹੈ। ਉਹਨਾਂ ਨੂੰ ਉਹ ਕਿਹੜੀ ਸਿੰਘ ਸਭਾ ਨੇ ਕੀਤਾ ਸੀ? ਭਸੌੜ ਸਿੰਘ ਸਭਾ ਨੇ, ਠੀਕ ਹੈ। ਭਸੌੜ ਸਿੰਘ ਸਭਾ ਨੇ ਕਈ ਬੰਦਿਆਂ ਨੂੰ, ਠੀਕ ਹੈ ਜੀ, ਉਹਨਾਂ ਦੇ ਧਰਮ ਤੋਂ ਕਨਵਰਟ ਕਰਕੇ ਕਿਸ ਵਿੱਚ ਲਿਆਤਾ? ਸਿੱਖ ਧਰਮ ਦੇ ਵਿੱਚ ਲਿਆਤਾ, ਠੀਕ ਹੈ। ਦੂਸਰਾ, ਇਸਨੇ ਆਨੰਦ ਮੈਰਿਜ ਐਕਟ ਨੂੰ ਪਾਸ ਕੀਤਾ, ਜੋ ਕਿ 1909 ਦੇ ਵਿੱਚ ਪਾਸ ਹੋਇਆ ਸੀਗਾ, ਠੀਕ ਹੈ। ਉਸ ਵਕਤ ਜੋ ਇੰਡੀਆ ਦਾ ਵਾਇਸਰੋਏ ਸੀ, ਉਹ ਕੌਣ ਸੀ? ਮਿੰਟੋ ਟੂ, ਲਾਰਡ ਮਿੰਟੋ ਟੂ ਇੰਡੀਆ ਦਾ ਵਾਇਸਰੋਏ ਸੀਗਾ 1909 ਦੇ ਵਿੱਚ, ਠੀਕ ਹੈ। ਇਹਨਾਂ ਨੇ ਫਾਊਂਡੇਸ਼ਨ ਕੀਤੀ ਸਿੱਖ ਐਜੂਕੇਸ਼ਨ ਸੁਸਾਇਟੀ ਦੀ 1908 ਦੇ ਵਿੱਚ। ਸਿੱਖ ਐਜੂਕੇਸ਼ਨ ਸੁਸਾਇਟੀ ਬਣਾਈ ਜਾਂਦੀ ਹੈ 1908 ਦੇ ਵਿੱਚ। ਦੂਸਰਾ, ਜੋ ਮਹੰਤ ਵਗੈਰਾ ਸੀਗੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ, ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ 1905 ਦੇ ਵਿੱਚ, ਠੀਕ ਹੈ। ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚੋਂ ਮਹੰਤਾਂ ਵਗੈਰਾ ਨੂੰ ਬਾਹਰ ਕੱਢ ਦਿੱਤਾ ਗਿਆ 1905 ਦੇ ਵਿੱਚ। ਦੂਸਰਾ, ਸਿੱਖ ਧਰਮ ਦੇ ਲਈ ਜੋ ਕਾਮਨ ਕੋਡ ਆਫ ਕੰਡਕਟ ਬਣਾਇਆ ਗਿਆ, ਠੀਕ ਹੈ, 1916 ਦੇ ਵਿੱਚ। ਕਾਮਨ ਕੋਡ ਆਫ ਕੰਡਕਟ ਬਣਾਇਆ ਗਿਆ 1916 ਦੇ ਵਿੱਚ ਸਿੱਖ ਧਰਮ ਦੇ ਲਈ। ਤਾਂ ਇਹ 5 ਅਚੀਵਮੈਂਟ ਸੀਗੀਆਂ, ਠੀਕ ਹੈ, ਸਿੰਘ ਸਭਾ ਮੂਵਮੈਂਟ ਦੀਆਂ। ਕਿਹੜੀਆਂ? ਇੱਕ ਤਾਂ ਸਿੱਖ ਧਰਮ ਦੇ ਵਿੱਚ ਕਨਵਰਟ ਕੀਤਾ ਕਈ ਪਰਿਵਾਰਾਂ ਨੂੰ, ਠੀਕ ਹੈ। ਉਹ ਕਿਹੜੀ ਸਭਾ ਨੇ ਕੀਤਾ ਸੀਗਾ? ਭਸੌੜ ਸਿੰਘ ਸਭਾ ਨੇ। ਦੂਸਰਾ, ਜੋ ਇਹਨਾਂ ਦਾ ਸਭ ਤੋਂ ਮੇਨ ਕੰਮ ਸੀ, ਇਹਨਾਂ ਨੇ ਆਨੰਦ ਕਾਰਜ ਹੁੰਦੇ ਨੇ ਆਪਣੇ, ਉਸ ਐਕਟ ਨੂੰ ਪਾਸ ਕਰਵਾਇਆ ਸੀਗਾ, ਠੀਕ ਹੈ, 1909 ਦੇ ਵਿੱਚ ਲੀਗਲ ਬਣਾਇਆ ਸੀਗਾ। ਤੇ ਸਿੱਖ ਐਜੂਕੇਸ਼ਨ ਸੁਸਾਇਟੀ ਬਣਾਈ ਸੀ 1908 ਦੇ ਵਿੱਚ। ਤੇ ਜੋ ਮਹੰਤਾਂ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ 1905 ਵਿੱਚ ਬਾਹਰ ਕੱਢ ਦਿੱਤਾ ਸੀ। ਤੇ ਕਾਮਨ ਕੋਡ ਆਫ ਕੰਡਕਟ ਸੀ ਜੋ ਸਿੱਖਾਂ ਲਈ 1916 ਵਿੱਚ ਉਸ ਨੂੰ ਬਣਾਇਆ ਗਿਆ ਸੀਗਾ, ਠੀਕ ਹੈ ਜੀ। ਤਾਂ ਇਹ ਸੀਗੇ ਸਾਰੇ ਇਸਦੇ। ਤੇ ਇਸ ਤੋਂ ਇਲਾਵਾ ਕੁਝ ਬੁੱਕਸ ਪੁੱਛੀਆਂ ਜਾਂਦੀਆਂ ਨੇ ਸਿੰਘ ਸਭਾ ਮੂਵਮੈਂਟ ਦੇ ਵੇਲੇ, ਠੀਕ ਹੈ, ਜੋ ਪ੍ਰਕਾਸ਼ਿਤ ਕੀਤੀਆਂ ਗਈਆਂ ਸੀਗੀਆਂ, ਬਣੀਆਂ ਸੀਗੀਆਂ। ਉਹਨਾਂ ਵਿੱਚ ਇੱਕ ਸਭ ਤੋਂ ਪਹਿਲੀ ਜੋ ਇੱਕ ਸੁਸਾਇਟੀ ਬਣਾਈ ਗਈ ਸੀ, ਜਿਸ ਨੂੰ ਕਹਿੰਦੇ ਨੇ, ਠੀਕ ਹੈ, ਅੰਜੁਮਨੀ ਪੰਜਾਬ, ਠੀਕ ਹੈ। ਪੂਰਾ ਆਪਾਂ ਦੁਬਾਰਾ ਲਿਖ ਲੈਣੇ ਇਹਨਾਂ ਨੂੰ, ਅੰਜੁਮਨ ਪੰਜਾਬ, ਅੰਜੁਮਨ ਪੰਜਾਬ, ਠੀਕ ਹੈ। ਇਹ 1865 ਦੇ ਵਿੱਚ ਬਣੀ ਸੀਗੀ, 1865 ਵਿੱਚ ਬਣੀ ਸੀ। ਇਸ ਦਾ ਮੇਨ ਮੋਟਿਵ ਕੀ ਸੀ? ਜੋ ਇੰਪੋਰਟੈਂਟ, ਜੋ ਮਸ਼ਹੂਰ ਜਾਂ ਬਹੁਤ ਇੰਪੋਰਟੈਂਟ ਇੰਗਲਿਸ਼ ਬੁੱਕਸ ਸੀਗੀਆਂ, ਠੀਕ ਹੈ, ਇੰਗਲਿਸ਼ ਬੁੱਕਸ ਸੀਗੀਆਂ, ਉਹਨਾਂ ਨੂੰ ਕਨਵਰਟ ਕਰਨਾ ਕਿਹਦੇ ਵਿੱਚ? ਠੀਕ ਹੈ, ਉਹਨਾਂ ਨੂੰ ਟਰਾਂਸਲੇਟ ਕਰਨਾ, ਟਰਾਂਸਲੇਟਡ ਇਨਟੂ ਪੰਜਾਬੀ, ਉਹਨਾਂ ਨੂੰ ਟਰਾਂਸਲੇਟ ਕਰਨਾ ਪੰਜਾਬੀ ਭਾਸ਼ਾ ਦੇ ਵਿੱਚ, ਠੀਕ ਹੈ। ਪੰਜਾਬੀ ਭਾਸ਼ਾ ਦੇ ਵਿੱਚ ਜੋ ਇੰਗਲਿਸ਼ ਬੁੱਕਸ ਸੀਗੇ ਇੰਪੋਰਟੈਂਟ, ਉਹਨਾਂ ਨੂੰ ਟਰਾਂਸਲੇਟ ਕਰਨ ਦਾ ਕੰਮ ਕੀ ਸੀ? ਅੰਜੁਮਨ ਪੰਜਾਬ ਦਾ। ਤੇ ਕਦੋਂ ਬਣਦੀ ਹੈ? 1865। ਤੇ ਪੁੱਛਿਆ ਜਾਂਦਾ ਹੈ ਕਿ ਅੰਜੁਮਨ ਪੰਜਾਬ ਦਾ ਮੇਨ ਕੰਮ ਕੀ ਸੀ? ਇੰਗਲਿਸ਼ ਬੁੱਕਸ ਨੂੰ ਟਰਾਂਸਫਰ ਕਰਨਾ ਕਿਸ ਦੇ ਵਿੱਚ? ਪੰਜਾਬੀ ਦੇ ਵਿੱਚ। ਇਹ ਇਹਨਾਂ ਦਾ ਮੇਨ ਕੰਮ ਸੀ। ਇਸ ਤੋਂ ਬਾਅਦ ਆਉਂਦੀ ਹੈ ਮਹਾਨ ਕੋਸ਼। ਪੁੱਛਿਆ ਜਾਂਦਾ ਹੈ ਕਿ ਮਹਾਨ ਕੋਸ਼ ਜਿਸ ਨੂੰ ਕਹਿੰਦੇ ਨੇ ਸਿੱਖ ਇਨਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ, ਉਹ ਕਿਹਨਾਂ ਨੇ ਲਿਖਿਆ ਸੀ? ਉਹ ਲਿਖਿਆ ਸੀ ਭਾਈ ਕਾਹਨ ਸਿੰਘ ਨਾਭਾ ਜੀ ਨੇ। ਭਾਈ ਕਾਹਨ ਸਿੰਘ ਨਾਭਾ ਜੀ ਨੇ ਇਸ ਨੂੰ ਲਿਖਿਆ ਸੀ ਜੀ, ਠੀਕ ਹੈ ਜੀ। ਨਾਭਾ ਮਹਾਨ ਕੋਸ਼ ਇਨਸਾਈਕਲੋਪੀਡੀਆ ਆਫ ਸਿੱਖੀਜ਼ਮ, ਠੀਕ ਹੈ ਜੀ, ਇਹ ਪੁੱਛਿਆ ਜਾਂਦਾ ਹੈ। ਉਸ ਤੋਂ ਬਾਅਦ, ਠੀਕ ਹੈ, ਪੁੱਛਿਆ ਜਾਂਦਾ ਚੀਫ ਖਾਲਸਾ ਦੀਵਾਨ, ਜੋ ਆਪਾਂ ਨੇ ਦੇਖਿਆ ਨਾ ਕਿ ਲਾਹੌਰ ਖਾਲਸਾ ਦੀਵਾਨ ਨੂੰ ਮਰਜ ਕਰਕੇ ਬਣਾਇਆ ਗਿਆ ਸੀਗਾ। ਚੀਫ ਖਾਲਸਾ ਦੀਵਾਨ ਦੀ ਪਹਿਲੀ ਮੀਟਿੰਗ ਕਿੱਥੇ ਹੁੰਦੀ ਹੈ? ਇਹ ਕੁਐਸਚਨ ਆਉਂਦਾ ਹੈ। ਪਹਿਲੀ ਮੀਟਿੰਗ ਕਿੱਥੇ ਹੁੰਦੀ ਹੈ? ਇਹ ਹੁੰਦੀ ਹੈ ਜੋ ਆਪਣੇ ਦਰਬਾਰ ਸਾਹਿਬ ਦੇ ਵਿੱਚ ਬੁੰਗੇ ਨੇ, ਉਹਨਾਂ ਵਿੱਚੋਂ ਇੱਕ ਬੁੰਗਾ ਹੈ ਮਲਵਈ ਬੁੰਗਾ, ਠੀਕ ਹੈ, ਮਲਵਈ ਬੁੰਗਾ। ਉੱਥੇ ਇਹ ਮੀਟਿੰਗ ਹੁੰਦੀ ਹੈ 30 ਅਕਤੂਬਰ 1902 ਦੇ ਵਿੱਚ, ਠੀਕ ਹੈ। ਮਲਵਈ ਬੁੰਗਾ ਦੇ ਵਿੱਚ 30 ਅਕਤੂਬਰ 1902 ਦੇ ਵਿੱਚ ਖਾਲਸਾ ਜੋ ਚੀਫ ਖਾਲਸਾ ਦੀਵਾਨ ਦੀ ਪਹਿਲੀ ਮੀਟਿੰਗ ਹੁੰਦੀ ਹੈ। ਤੇ ਇਸ ਵਿੱਚ ਜਿਹੜੇ ਪ੍ਰੈਜ਼ੀਡੈਂਟ ਬਣਾਏ ਜਾਂਦੇ ਨੇ, ਠੀਕ ਹੈ, ਚੀਫ ਖਾਲਸਾ ਦੀਵਾਨ ਦੇ ਪ੍ਰੈਜ਼ੀਡੈਂਟ ਕਿਹਨਾਂ ਨੂੰ ਬਣਾਇਆ ਜਾਂਦਾ ਹੈ? ਭਾਈ ਅਰਜਨ ਸਿੰਘ। ਭਾਈ ਅਰਜਨ ਸਿੰਘ ਨੂੰ ਇਹਨਾਂ ਦੇ ਪ੍ਰੈਜ਼ੀਡੈਂਟ ਬਣਾਇਆ ਜਾਂਦਾ ਹੈ, ਠੀਕ ਹੈ, ਭਾਈ ਅਰਜਨ ਸਿੰਘ ਨੂੰ। ਤੇ ਇਹਨਾਂ ਦੇ ਸੈਕਰੇਟਰੀ ਕਿਸ ਨੂੰ ਬਣਾਇਆ ਜਾਂਦਾ ਹੈ? ਸੈਕਰੇਟਰੀ ਬਣਾਇਆ ਜਾਂਦਾ ਹੈ ਸਰਦਾਰ ਸੁੰਦਰ ਸਿੰਘ ਮਜੀਠੀਆ, ਠੀਕ ਹੈ। ਸਰਦਾਰ ਸੁੰਦਰ ਸਿੰਘ ਮਜੀਠੀਆ ਨੂੰ ਇਸ ਦੇ ਸੈਕਰੇਟਰੀ ਬਣਾਇਆ ਜਾਂਦਾ ਹੈ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ ਹੈ, ਠੀਕ ਹੈ। ਉਸ ਤੋਂ ਬਾਅਦ ਇੱਕ ਆਉਂਦੀ ਹੈ ਖਾਲਸਾ ਟਰੈਕ ਸੁਸਾਇਟੀ। ਖਾਲਸਾ ਟਰੈਕ ਸੁਸਾਇਟੀ ਤਾਂ ਪੁੱਛਿਆ ਜਾਂਦਾ ਕਿ ਖਾਲਸਾ ਟਰੈਕ ਸੁਸਾਇਟੀ ਕਿਹਨਾਂ ਨੇ ਬਣਾਈ ਸੀ? ਤਾਂ ਇਹ ਐਸਟੈਬਲਿਸ਼ ਕੀਤੀ ਗਈ ਸੀ ਭਾਈ ਕੌਰ ਸਿੰਘ ਐਂਡ ਭਾਈ ਵੀਰ ਸਿੰਘ। ਇਹਨਾਂ ਦੋਨਾਂ ਨੇ ਮਿਲ ਕੇ ਇਸ ਨੂੰ ਇਸਟੈਬਲਿਸ਼ ਕੀਤਾ ਸੀ ਗਈ ਖਾਲਸਾ ਟਰੈਕ ਸੁਸਾਇਟੀ ਨੂੰ। ਭਾਈ ਕੌਰ ਸਿੰਘ ਔਰ ਭਾਈ ਵੀਰ ਸਿੰਘ, ਠੀਕ ਹੈ ਜੀ, ਇਹਨਾਂ ਨੇ ਮਿਲ ਕੇ ਹੀ ਕੀਤਾ। ਇੱਕ ਪੁੱਛਿਆ ਜਾਂਦਾ ਕਿ ਖਾਲਸਾ ਅਖਬਾਰ, ਜੋ ਖਾਲਸਾ ਅਖਬਾਰ ਸੀ
ਇਹ ਵੀਕਲੀ ਆਉਂਦਾ ਸੀਗਾ ਖਾਲਸਾ ਨਿਊਜ਼ਪੇਪਰ, ਠੀਕ ਹੈ। ਇਹ ਕਿਹਨਾਂ ਵੱਲੋਂ ਪ੍ਰਕਾਸ਼ਿਤ ਕੀਤਾ ਜਾਂਦਾ ਸੀ, ਠੀਕ ਹੈ। ਇਹ ਵੀਕਲੀ ਆਉਂਦਾ ਸੀ ਤਾਂ ਖਾਲਸਾ ਅਖਬਾਰ ਇਹ ਪ੍ਰਕਾਸ਼ਿਤ ਕੀਤਾ ਜਾਂਦਾ ਸੀ ਖਾਲਸਾ ਦੀਵਾਨ ਲਾਹੌਰ ਵੱਲੋਂ, ਖਾਲਸਾ ਦੀਵਾਨ ਲਾਹੌਰ ਵੱਲੋਂ ਇਹ ਪ੍ਰਕਾਸ਼ਿਤ ਕੀਤਾ ਜਾਂਦਾ ਸੀ, ਠੀਕ ਹੈ ਜੀ। ਦੇਖੋ ਇਸ ਤੋਂ ਬਾਅਦ ਦੇਖੋ ਚੀਫ ਖਾਲਸਾ ਦੀਵਾਨ 1919 ਤੱਕ ਵਧੀਆ ਕੰਮ ਕਰਦੀ ਹੈ, ਬਟ 1919 ਤੋਂ ਤੱਕ ਇਹਦੇ ਕੋਲ ਜਾ ਕੇ ਕਈ ਘਟਨਾਵਾਂ ਹੋ ਜਾਂਦੀਆਂ, ਜੈਸੇ ਕਿ ਕਾਮਾਗਾਟਾ ਮਾਰੂ ਇੰਸੀਡੈਂਟ ਹੋ ਗਿਆ, ਠੀਕ ਹੈ ਜੀ। ਦੁੱਖ ਨਿਵਾਰਨ ਅਫੇਅਰਸ ਹੋ ਗਏ, ਉਸ ਤੋਂ ਬਾਅਦ ਜਲਿਆਂਵਾਲਾ ਬਾਗ ਮਸਾਕਰ ਹੋ ਗਿਆ। ਇਹਨਾਂ ਘਟਨਾਵਾਂ ਤੋਂ ਬਾਅਦ ਸਿੱਖ ਚੀਫ ਜੋ ਖਾਲਸਾ ਦੀਵਾਨ ਹੈ ਇਸ ਤੋਂ ਵਿਸ਼ਵਾਸ ਉਠਾ ਲੈਂਦੇ ਨੇ, ਠੀਕ ਹੈ ਜੀ। ਇਹਨਾਂ ਦਾ ਟਰਸਟ ਟੁੱਟ ਜਾਂਦਾ ਇਹਨਾਂ ਚੀਫ ਖਾਲਸਾ ਦੀਵਾਨ ਤੇ, ਤਾਂ ਇਸ ਲਈ ਉਹ ਬਾਅਦ ਵਿੱਚ ਕੀ ਬਣਾਉਂਦੇ ਨੇ, ਇੱਕ ਨਵੀਂ ਸੁਸਾਇਟੀ ਬਣਾਉਂਦੇ ਨੇ ਜਿਸ ਨੂੰ ਕਿਹਾ ਜਾਂਦਾ ਹੈ ਸਿੱਖ ਲੀਗ, ਠੀਕ ਹੈ ਜੀ। ਤਾਂ ਸਿੱਖ ਲੀਗ ਦੀ ਸਥਾਪਨਾ ਕੀਤੀ ਜਾਂਦੀ ਹੈ। ਇਸ ਦੀ ਸਥਾਪਨਾ ਕਦੋਂ ਹੁੰਦੀ ਹੈ, 1919 ਦੇ ਵਿੱਚ, ਕਿੱਥੇ, ਅੰਮ੍ਰਿਤਸਰ ਦੇ ਵਿੱਚ, ਠੀਕ ਹੈ, ਅੰਮ੍ਰਿਤਸਰ ਦੇ ਵਿੱਚ। ਇਸ ਦੇ ਅੰਡਰ ਕੀ ਕੀਤਾ ਜਾਂਦਾ ਹੈ, ਇਸ ਦੇ ਅੰਡਰ ਨਿਊਜ਼ਪੇਪਰ ਚਲਾਇਆ ਜਾਂਦਾ ਹੈ ਇੱਕ, ਜਿਸ ਦਾ ਨਾਮ ਕੀ ਸੀ, ਅਕਾਲੀ, ਠੀਕ ਹੈ। ਅਕਾਲੀ ਨਿਊਜ਼ਪੇਪਰ ਚਲਾਇਆ ਜਾਂਦਾ ਹੈ। ਇਹ ਕਿੱਥੇ ਪ੍ਰਕਾਸ਼ਿਤ ਹੁੰਦਾ ਸੀ, ਇਹ ਲਾਹੌਰ ਦੇ ਵਿੱਚ ਪ੍ਰਕਾਸ਼ਿਤ ਹੁੰਦਾ ਸੀ, ਠੀਕ ਹੈ। ਅਕਾਲੀ ਨਿਊਜ਼ਪੇਪਰ ਕਿੱਥੇ ਪ੍ਰਕਾਸ਼ਿਤ ਹੁੰਦਾ ਸੀ, ਇਹ ਲਾਹੌਰ ਦੇ ਵਿੱਚ। ਤਾਂ ਇਸ ਨਿਊਜ਼ਪੇਪਰ ਦੇ ਵਿੱਚ ਅੰਗਰੇਜ਼ ਸਰਕਾਰ ਦੇ ਵਿਰੁੱਧ ਬਹੁਤ ਸਾਰੀਆਂ ਗੱਲਾਂ ਲਿਖੀਆਂ ਜਾਂਦੀਆਂ ਸੀ, ਜੋ ਆਮ ਜਨਤਾ ਨੂੰ ਸਮਝਾਈਆਂ ਜਾਂਦੀਆਂ ਸੀ, ਆਮ ਜਨਤਾ ਤੱਕ ਪਹੁੰਚਾਇਆ ਜਾਂਦਾ ਸੀ, ਠੀਕ ਹੈ, ਇਸ ਅਖਬਾਰ ਦੇ ਜ਼ਰੀਏ। ਤੇ ਇਸ ਅਖਬਾਰ ਨੇ ਆਮ ਜਨਤਾ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਵੀ ਪਾਇਆ ਸੀ, ਠੀਕ ਹੈ। ਇਸ ਅਖਬਾਰ ਦੇ ਜ਼ਰੀਏ ਆਮ ਜਨਤਾ ਨੂੰ ਅੰਗਰੇਜ਼ਾਂ ਦੀਆਂ ਨੀਤੀਆਂ ਬਾਰੇ ਪਤਾ ਲੱਗਣ ਲੱਗ ਗਿਆ ਸੀ ਤੇ ਉਹ ਅੰਗਰੇਜ਼ਾਂ ਦੇ ਖਿਲਾਫ ਉਹਨਾਂ ਦੇ ਵਿੱਚ ਗੁੱਸਾ ਭਰਨ ਲੱਗ ਗਿਆ ਸੀ। ਤਾਂ ਇਹ ਸੀਗਾ ਸਿੱਖ ਲੀਗ, ਠੀਕ ਹੈ ਜੀ। ਤੇ ਇਸ ਦੇ ਨਾਲ ਹੀ ਆਪਣਾ ਅੱਜ ਦਾ ਲੈਕਚਰ ਸਮਾਪਤ ਹੁੰਦਾ ਹੈ। ਅਗਰ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਤਾਂ ਇਸਨੂੰ ਲਾਈਕ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਧੰਨਵਾਦ।